वन इज़ हैल्थ केयर, सैकेंड इज़ तुहाडा विमेन इंपावरमेंट ते थर्ड इज़ एजुकेशन। मैडिकल फैसिलिटीज़ ਜਿਹੜੀਆਂ ਹੈਗੀਆਂ ਹੈ ਉਹ ਕਸਟਮਰ ਨੂੰ ਬੜੇ ਹੀ ਨੋਮੀਨਲ ਪ੍ਰਾਈਸ ਤੇ ਇੱਕ ਵਧੀਆ ਕੁਆਲਿਟੀ ਦੀਆਂ ਮਿਲਣ, ਬਿਕਾਜ਼ ਇੰਨਾ ਲੈਬ ਕਮਾ ਰਹੀ ਹੈ। ਸੋ ਅਸੀਂ ਉੱਥੇ ਜਦ ਵਰਕਆਊਟ ਕੀਤਾ ਤੇ ਸਾਨੂੰ ਲੱਗਾ ਕਿ ਨਹੀਂ, ਇੱਥੇ ਪ੍ਰਾਈਸਿੰਗ 'ਚ ਬਹੁਤ ਜ਼ਿਆਦਾ ਡਿਫਰੈਂਸ ਹੈਗਾ ਹੈ ਤੇ ਆਮ ਜਨਤਾ ਨੂੰ ਨਹੀਂ ਪਤਾ ਹੈ। ਅਜੇ ਸ਼ੁਰੂਆਤ ਹੈਲਥ ਕੇਅਰ ਤੋਂ ਹੈਗੀ ਹੈ, ਫਾਰਮੇਸੀ ਤੋਂ ਹੈਗੀ ਹੈ। ਸਾਡੀ ਹੰਬਲ ਸਬਮਿਸ਼ਨ ਸਾਰਿਆਂ ਨੂੰ ਹੈ ਕਿ ਤੁਸੀਂ ਆਪਣੀਆਂ ਦਵਾਈਆਂ ਵੀ ਲਓ, ਦੂਜਿਆਂ ਦੀਆਂ ਦਵਾਈਆਂ ਵੀ ਇੱਥੋਂ ਆਰਡਰ ਕਰੋ। ਇਨਫੈਕਟ ਜੇ ਤੁਸੀਂ ਸਾਡੇ ਕੋਲ ਆਓ ਤਾਂ ਬਹੁਤ ਵਧੀਆ ਗੱਲ ਹੈ, ਜੇ ਸਾਡੇ ਕੋਲ ਨਹੀਂ ਆ ਸਕਦੇ ਹੋ ਸਾਨੂੰ ਤੁਸੀਂ WhatsApp ਕਰੋ, ਅਸੀਂ ਤੁਹਾਡੀ ਦਵਾਈਆਂ ਡਿਲੀਵਰ ਕਰਵਾ ਦੇਵਾਂਗੇ। ਐਗਜ਼ੈਕਟਲੀ, ਇੱਥੋਂ ਸਿਰਫ ਇੱਕ ਫੈਸਿਲਿਟੀ ਸਾਡੀ ਸਿਵਲ ਹਸਪੀਟਲ ਜਿਹੜਾ ਹੈ ਉਹ ਨੇੜੇ ਹੈਗਾ ਹੈ। ਤਾਂ ਤੁਹਾਨੂੰ ਪਤਾ ਹੈ ਕਿ ਗਵਰਨਮੈਂਟ ਹਸਪੀਟਲ 'ਚ ਰਸ਼ ਕਿੰਨਾ ਹੁੰਦਾ ਹੈ, ਪ੍ਰਾਈਵੇਟ ਫੈਸਿਲਿਟੀ ਇਸ ਏਰੀਆ 'ਚ ਕੋਈ ਨਹੀਂ ਹੈ। नमस्कार, मैं रितिश कुमार रब दे बंदे प्रोग्राम ਦੇ ਵਿੱਚ ਅੱਜ ਇੱਕ ਨਵਾਂ ਐਪੀਸੋਡ ਲੈ ਕੇ ਆਏ ਹਾਂ ਔਰ ਇੱਕ ਤੁਹਾਨੂੰ ਅਨੋਖੀ ਵੀਡੀਓ ਤੁਹਾਨੂੰ ਦਿਖਾਉਣ ਵਾਲੇ ਹਾਂ ਤੇ ਅਨੋਖੀ ਚੀਜ਼ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ। ਇੱਕ ਮਨੁੱਖ ਦੀ ਜੀਵਨ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਬੇਸ਼ੱਕ ਖਾਣ ਪੀਣ ਨੂੰ ਲੈ ਕੇ ਹੋਵੇ, ਸਟ੍ਰੈਸ ਹੋਵੇ, ਡਿਪਰੈਸ਼ਨ ਹੋਵੇ, ਬੇਸਿਕ ਚੀਜ਼ ਬੰਦੇ ਦੀ ਜ਼ਿੰਦਗੀ 'ਚ ਰਹਿ ਗਈਆਂ ਦਵਾਈਆਂ। ਮੈਂ ਨਹੀਂ ਕਹਿੰਦਾ ਕਿ ਹਰ ਕੋਈ ਬਿਮਾਰ ਹੈ ਜਾਂ ਹਰ ਕੋਈ ਤੰਦਰੁਸਤ ਹੈ, ਪਰ ਘਰ ਦੇ ਵਿੱਚ ਜੇ ਕੋਈ ਬਿਮਾਰ ਵੀ ਹੈ ਤੇ ਦਵਾਈ ਲੈਣ ਵਾਸਤੇ ਹਰ ਬੰਦੇ ਨੂੰ ਘਰ ਦੇ ਵਿੱਚ ਦਵਾਈ ਦੀ ਲੋੜ ਪੈਂਦੀ ਹੈ। ਤੇ ਕਈ ਜਗ੍ਹਾ ਦੇ ਉੱਤੇ ਸ਼ਾਇਦ ਸਾਨੂੰ ਨਹੀਂ ਪਤਾ ਹੋਏਗਾ, ਦਵਾਈਆਂ ਦੇ ਕਈ ਅਸਮਰਥ ਹੁੰਦੇ ਨੇ ਕਿ ਉਹ ਦਵਾਈ ਵੀ ਨਹੀਂ ਲੈ ਪਾਉਂਦੇ ਨੇ ਤੇ ਅੱਗੇ ਵੱਡੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਜਾਂਦਾ ਉਹਨਾਂ ਨੂੰ ਤੇ ਐਟ ਲਾਸਟ ਆ ਕੇ ਜ਼ਿੰਦਗੀ ਖਤਮ ਕਰ ਦਿੰਦੇ ਨੇ। ਇਹ ਦਵਾਈ ਦੀ ਗੱਲ ਮੈਂ ਕਿਉਂ ਕਹਿ ਰਿਹਾ ਤੁਹਾਨੂੰ, ਅੱਜ ਆਪਾਂ ਤੁਹਾਨੂੰ ਰੂਬਰੂ ਕਰਾਵਾਂਗੇ ਇੱਕ ਮਾਨਵਤਾ ਦੀ ਸੇਵਾ ਕਰ ਰਹੇ ਜਪ ਤਪ ਸੇਵਾ ਫਾਊਂਡੇਸ਼ਨ ਦੀ ਬਾਰੇ ਗੱਲ ਕਰਾਂਗੇ। ਆਪਾਂ ਮਾਨਵਤਾ ਦੀ ਸੇਵਾ ਮੈਂ ਕਿਉਂ ਕਹਿ ਰਿਹਾ ਹੈਗਾ, ਇਹ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਰਾਜ ਜੀ ਨੇ ਜਿਹੜੇ ਇਹਨਾਂ ਦੇ ਵਿੱਚ ਵੋਲੰਟੀਅਰ ਨੇ, ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ, ਅੱਜ ਟਰਾਈ ਸਿਟੀ ਦੇ ਵਿੱਚ ਵਧੀਆ ਮੁਕਾਮ ਹਾਸਿਲ ਕਰ ਚੁੱਕੇ ਨੇ ਤੇ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਪ ਤਪ ਸੇਵਾ ਫਾਊਂਡੇਸ਼ਨ ਨਾਮ ਤੋਂ ਤੁਹਾਨੂੰ ਦਵਾਈਆਂ ਉਪਲਬਧ ਹੋਣਗੀਆਂ ਤੇ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਲੈਂਦੇ ਆ, ਤੁਹਾਨੂੰ ਦੱਸਦੇ ਆ ਕਿ ਰੱਬ ਦੇ ਬੰਦੇ ਕਿਉਂ ਕਿਹਾ ਗਿਆ ਤੇ ਕੀ ਗੱਲ ਹੈਗੀ ਹੈ ਤੇ ਜਪ ਤਪ ਫਾਊਂਡੇਸ਼ਨ ਦਾ ਕੰਮ ਕੀ ਹੈਗਾ। ਸਰ ਨਮਸਕਾਰ। ਨਮਸਕਾਰ ਜੀ ਸਰ, ਪਹਿਲੇ ਤੇ ਤੁਹਾਡਾ ਸਾਡਾ ਚੈਨਲ ਸਵਾਗਤ ਹੈ ਸਰ। ਥੈਂਕ ਯੂ ਸੋ ਮਚ ਜੀ। ਸਰ, ਜਪ ਤਪ ਸੇਵਾ ਫਾਊਂਡੇਸ਼ਨ ਇਹਦੇ ਬਾਰੇ ਥੋੜਾ ਦੱਸਿਓ ਤੇ ਇੱਕ ਕੁਝ ਆਪਣੇ ਬਾਰੇ ਥੋੜਾ ਦੱਸੋ। ਸਭ ਤੋਂ ਪਹਿਲਾਂ ਮੈਂ ਜਪ ਤਪ ਸੇਵਾ ਫਾਊਂਡੇਸ਼ਨ ਦੇ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਆਈਡੀਆ ਦਿੰਦਾ ਕਿ ਜਪ ਤਪ ਸੇਵਾ ਫਾਊਂਡੇਸ਼ਨ ਬੇਸਿਕਲੀ ਇੱਕ ਵਿਮਨ ਗਰੁੱਪ ਨੇ ਸ਼ੁਰੂ ਕੀਤਾ ਹੈਗਾ, ਜਿੱਥੇ ਮੋਸਟਲੀ ਜਿੰਨੀ ਮੈਨੇਜਮੈਂਟ ਹੈਗੀ ਹੈ ਦੇ ਆਲ ਆਰ ਫੀਮੇਲਸ। ਅਤੇ ਬੇਸਿਕਲੀ ਜੇ ਅਸੀਂ ਜਪ ਤਪ ਸੇਵਾ ਦੇ ਮਿਸ਼ਨ ਦੀ ਗੱਲ ਕਰੀਏ, ਦੈਟ ਇਜ਼ ਇਨਟੂ 3 ਫੀਲਡਸ। ਵਨ ਇਜ਼ ਹੈਲਥ ਕੇਅਰ, ਸੈਕਿੰਡ ਇਜ਼ ਤੁਹਾਡਾ ਵਿਮਨ ਇੰਪਾਵਰਮੈਂਟ ਤੇ ਥਰਡ ਇਜ਼ ਐਜੂਕੇਸ਼ਨ। ਜੇ ਅਸੀਂ ਹੈਲਥ ਕੇਅਰ ਦੀ ਗੱਲ ਕਰੀਏ ਤਾਂ ਜਪ ਤਪ ਸੇਵਾ ਫਾਊਂਡੇਸ਼ਨ ਨੇ ਇੱਕ ਸੋਸ਼ਲ ਮੀਡੀਆ 'ਤੇ ਇੱਕ ਹੈਸ਼ਟੈਗ ਵੀ ਚਲਾਇਆ ਹੈ ਜਿਹਨੂੰ ਅਸੀਂ ਮੈਡੀ ਰਿਲੀਫ ਕੈਂਪੇਨ ਕਹਿੰਦੇ ਹਾਂ, ਜਿਹਦੇ 'ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਕ ਇੱਦਾਂ ਦਾ ਪਲੈਟਫਾਰਮ ਕ੍ਰੀਏਟ ਕਰਨ ਲਈ ਕਿ ਜਿੱਥੇ ਮੈਕਸੀਮਮ ਮੈਡੀਕਲ ਫੈਸਿਲਿਟੀਜ਼ ਜਿਹੜੀਆਂ ਹੈਗੀਆਂ ਹੈ ਉਹ ਕਸਟਮਰ ਨੂੰ ਬੜੇ ਹੀ ਨੋਮੀਨਲ ਪ੍ਰਾਈਸ ਤੇ ਇੱਕ ਵਧੀਆ ਕੁਆਲਿਟੀ ਦੀਆਂ ਮਿਲਣ। ਬਿਕਾਜ਼ ਅੱਜ ਦੀ ਡੇਟ 'ਚ ਹੈਲਥ ਕੇਅਰ ਸੈਕਟਰ 'ਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਇਤਨਾ ਮਹਿੰਗਾ ਹੋ ਚੁੱਕਾ ਹੈ ਕਿ ਹਰ ਕੋਈ ਬੰਦਾ ਅਫੋਰਡ ਨਹੀਂ ਕਰ ਸਕਦਾ। ਬਿਲਕੁਲ, ਮੈਂ ਜਿਸ ਤਰ੍ਹਾਂ ਕਿਹਾ ਹੈਗਾ ਕਈ ਵਾਰ ਕਿ ਜਿਹੜੇ ਅਸਮਰਥ ਨੇ ਬਿਮਾਰੀਆਂ ਨੂੰ ਮੈਡੀਸਿਨ ਲੈ ਪਾਉਂਦੇ ਤੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਨੇ। ਮੈਂ ਜਿਸ ਤਰ੍ਹਾਂ ਸ਼ੁਰੂਆਤ ਵੀ ਤੱਕ ਬਿਲਕੁਲ। ਐਂਡ ਇੱਕ ਸਭ ਤੋਂ ਵੱਡਾ ਇੱਕ ਆਇਰਨੀ ਆਫ ਦਾ ਸਿਚੁਏਸ਼ਨ ਇਹ ਹੁੰਦੀ ਹੈ ਕਿ ਜੇ ਖੁਦਾ ਨਾ ਖਾਸਤਾ ਕਿਸੇ ਦੇ ਪਰਿਵਾਰ ਦਾ ਬੰਦਾ ਘਰ ਐਡਮਿਟ ਹੈ, ਹਸਪੀਟਲ 'ਚ ਐਡਮਿਟ ਹੈਗਾ, ਉਸ ਵੇਲੇ ਬੰਦਾ ਉਹਦੇ ਕੋਲ ਇੰਨਾ ਟਾਈਮ ਜਾਂ ਇੰਨਾ ਐਨਾਲਾਈਜ਼ ਕਰਨ ਦਾ ਵਕਤ ਨਹੀਂ ਹੁੰਦਾ ਕਿ ਹਾਂਜੀ ਇਹ ਮਹਿੰਗੀ ਦਵਾਈ ਲੈਣੀ ਹੈ ਕਿ ਸਸਤੀ ਦਵਾਈ ਲੈਣੀ ਹੈ, ਕਿ ਮੈਂ ਕੀ ਕਰਾਂ ਕੀ ਨਾ ਕਰਾਂ। ਸੋ ਵਾਹਿਗੁਰੂ ਜੀ ਦੀ ਮਿਹਰ ਨਾਲ ਅਸੀਂ ਇੱਕ ਇੱਥੇ ਛੋਟਾ ਜਿਹਾ ਉਪਰਾਲਾ ਕੀਤਾ ਹੈ ਜਿੱਥੇ ਅਸੀਂ ਫਾਰਮੇਸੀ ਦੀ ਸੇਵਾ ਦੇ ਰਹੇ ਹਾਂ। ਦਵਾਈਆਂ ਅਸੀਂ ਜਿਹੜੀਆਂ ਹੈ ਉਹ 20% ਤੋਂ ਲੈ ਕੇ 70% ਤੱਕ ਛੂਟ 'ਤੇ ਦੇ ਰਹੇ ਹਾਂ ਔਰ ਇਹਦੇ 'ਚ ਸਿਰਫ ਜੈਨਰਿਕ ਨਹੀਂ ਬਲਕਿ ਬ੍ਰਾਂਡਡ ਦਵਾਈਆਂ ਵੀ ਅਵੇਲੇਬਲ ਹੈਗੀਆਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਨਾਲ ਨਾਲ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਘਰ ਹੋਮ ਡਿਲੀਵਰੀ ਵੀ ਕੀਤੀ ਜਾਏ।
ਉਸ ਤੋਂ ਇਲਾਵਾ ਅਸੀਂ ਇਸੀ ਫੈਸਿਲਿਟੀ ਵਿੱਚ ਇੱਥੇ ਅਸੀਂ ਡਾਕਟਰਸ ਦੀ OPD ਸ਼ੁਰੂ ਕੀਤੀ ਹੈ, ਜਿੱਥੇ ਗਾਇਨੀ ਤੇ ਆਪਣੇ ਆਰਥੋ, ਆਪਣਾ ENT ਸਪੈਸ਼ਲਿਸਟ, ਇਹ ਸਾਰੇ ਡਾਕਟਰਸ ਦੀ ਸੇਵਾਵਾਂ ਇੱਥੇ ਮਿਲਦੀਆਂ ਹੈ ਵਿਦ ਜਸਟ 50 ਰੁਪੀਜ਼ OPD ਦੇ ਨਾਲ, ਤਾਂ ਕਿ ਹਰ ਕੋਈ ਬੰਦਾ ਜਿਹੜਾ ਹੈ ਇਸ ਉਪਰਾਲੇ ਨੂੰ ਅਫੋਰਡ ਕਰ ਸਕੇ ਤੇ ਅੱਗੇ ਆਪਣੀ ਜਿਹੜੀ ਬਿਮਾਰੀ ਤੋਂ ਲੈ ਕੇ ਕੋਈ ਵੀ ਇੱਕ ਉਹਨੂੰ ਸ਼ੰਕਾ ਹੈਗੀ ਹੈ ਉਹਨੂੰ ਕਲੀਅਰ ਕਰ ਸਕੇ। ਤੇ ਉਸ ਤੋਂ ਇਲਾਵਾ ਅਸੀਂ ਇੱਥੇ ਬਲੱਡ ਟੈਸਟ ਜਿਹੜੇ ਹੈਗੇ ਆ, ਉਹ ਅੱਜ ਦੀ ਡੇਟ 'ਚ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਸੇ ਵੀ ਡਾਕਟਰ ਕੋਲ ਜਾਂਦੇ ਹੋ, ਸਭ ਤੋਂ ਪਹਿਲਾਂ ਉਹ ਰੈਫਰ ਕਰਦੇ ਆ, ਅੱਛਾ ਜੀ ਇਹ ਫਲਾਣੇ ਟੈਸਟ ਕਰਕੇ ਲੈ ਕੇ ਆਓ। ਹੁਣ ਬੇਸ਼ੱਕ ਕੋਈ ਛੋਟੀ ਜਿਹੀ ਕਿਸੇ ਨੂੰ ਛਿੱਕ ਵੀ ਆਈ ਹੋਵੇ, ਇਹ ਹਸਪੀਟਲਸ ਦਾ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਔਰ ਮੈਂ ਹਸਪੀਟਲਸ ਨੂੰ ਵੀ ਕਹਿੰਦਾ, ਮੈਂ ਕਿਸੇ ਦੇ ਖਿਲਾਫ ਨਹੀਂ ਬੋਲ ਰਿਹਾ ਹੈਗਾ, ਪਰ ਇਹ ਫੈਕਟ ਹੈਗਾ। ਜੇ ਆਪਾਂ ਹਸਪੀਟਲ ਚੱਲ ਜਾਈਏ, ਸਰ ਆਪਾਂ ਹਸਪੀਟਲ ਜਾਈਏ ਤੇ ਛਿੱਕ ਵੀ ਆਈ ਹੋਵੇਗੀ, ਮੈਨੂੰ ਜ਼ੁਕਾਮ ਹੋਣਾ, ਕਹਿੰਦਾ ਟੈਸਟ ਲਿਖ ਦਿਓ। ਇੱਕ ਛੋਟੇ ਡਾਕਟਰ ਕੋਲ ਜਾਈਏ, ਉਹ ਦਵਾਈ ਦੇ ਦਿੰਦਾ ਹੈਗਾ। ਇਹ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਬਿਲਕੁਲ। ਸੋ ਅਸੀਂ ਜਦ ਸਟੱਡੀ ਕੀਤਾ ਤੇ ਸਾਨੂੰ ਇਹ ਲੱਗਾ ਕਿ ਲੈਬ ਰੇਟਸ ਵੀ, ਹੁਣ ਇੱਕ ਲੇਮੈਨ ਨੂੰ ਨਹੀਂ ਪਤਾ ਕਿ ਇੱਕ ਲੈਬ ਰੇਟ ਕਿੰਨੇ ਦਾ ਹੁੰਦਾ ਹੈ, ਕੀ ਖਰਚਾ ਹੈਗਾ ਉਹਦੇ 'ਚ, ਕੀ ਬੈਨੀਫਿਟ ਹੈਗਾ ਹੈ, ਜਾਂ ਉਹ ਕਿੰਨਾ ਲੈਬ ਕਮਾ ਰਹੀ ਹੈ। ਸੋ ਅਸੀਂ ਉੱਥੇ ਜਦ ਵਰਕਆਊਟ ਕੀਤਾ ਤੇ ਸਾਨੂੰ ਲੱਗਾ ਕਿ ਨਹੀਂ, ਇੱਥੇ ਪ੍ਰਾਈਸਿੰਗ 'ਚ ਬਹੁਤ ਜ਼ਿਆਦਾ ਡਿਫਰੈਂਸ ਹੈਗਾ ਹੈ ਤੇ ਆਮ ਜਨਤਾ ਨੂੰ ਨਹੀਂ ਪਤਾ ਹੈ। ਸੋ ਅਸੀਂ ਥੋੜਾ ਰਿਸਰਚ ਕਰਕੇ, R&D ਕਰਕੇ ਅਸੀਂ ਅੱਗੇ ਆਪਣੇ ਕੁਝ ਵੈਂਡਰਸ ਬਣਾਏ, ਥੋੜਾ ਅਸੀਂ ਆਪਣਾ ਸੈਟਅਪ ਲਾਇਆ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਟਾਈਮ ਤੇ ਜਿਹੜੇ ਸਾਡੇ ਲੈਬ ਰੇਟਸ ਹੈਗੇ ਆ, ਦੇ ਆਰ ਚੀਪੈਸਟ ਇਨ ਨਾਰਥ ਇੰਡੀਆ। ਬਾਕੀ ਤੁਸੀਂ ਦਾਅਵਾ ਕਰਦੇ ਹੋ ਕਿ ਜਿਹੜਾ ਆਪਣਾ ਲੈਬ ਦਾ ਰੇਟ ਹੈ ਉਹ ਨਾਰਥ ਇੰਡੀਆ ਦੇ ਵਿੱਚ ਸਭ ਤੋਂ ਚੀਪੈਸਟ ਹੈ। ਇਹ ਪੱਕੀ ਗੱਲ ਦਾਅਵਾ ਹੈਗਾ? ਇਹ ਪੱਕੀ ਗੱਲ ਹੈ, ਬਟ ਫਿਰ ਵੀ ਜੇ ਕੋਈ, ਕਿਉਂਕਿ ਪੈਥੋਲੋਜੀ 'ਚ ਅਰਾਊਂਡ 5 ਤੋਂ 7,000 ਟੈਸਟ ਹੁੰਦੇ। ਕਈ ਵਾਰ ਕੀ ਹੁੰਦਾ ਹੈ ਕਿ ਕੁਝ ਲੈਬਸ ਜਾਂ ਕੁਝ ਲੋਕ ਇੱਦਾਂ ਕਰਦੇ ਕਿ ਓਕੇ 10 ਟੈਸਟ ਤੁਹਾਨੂੰ ਟ੍ਰਿਪਲ ਰੇਟ ਤੇ ਦੇ ਦਿੱਤੇ, ਇੱਕ ਟੈਸਟ ਤੁਹਾਨੂੰ 40% ਰੇਟ ਤੇ ਦੇ ਦਿੱਤਾ। ਪਤਾ ਨਾਰਮਲ ਬੰਦੇ ਨੂੰ ਪਤਾ ਨਹੀਂ ਹੁੰਦਾ, ਨਾਰਮਲ ਬੰਦੇ ਨੂੰ ਨਹੀਂ ਪਤਾ ਹੁੰਦਾ, ਠੀਕ ਹੈ। ਹਾਂ, ਜੇ ਕੋਈ ਇੱਕ ਐਕਸੈਪਸ਼ਨ ਜੀ ਮੈਂ ਸੌਰੀ, ਮੈਂ ਦੱਸਣਾ ਭੁੱਲ ਗਿਆ ਜੀ, ਇਹ ਵੀ ਵੋਲੰਟੀਅਰ ਨੇ ਮੈਮ ਜਪਜੋਤ ਜੀ, ਨਾਲ ਦਾ ਨਾਮ ਨੇ, ਡੈਡੀਕੇਟਲੀ ਇਸ NGO ਦੇ ਨਾਲ ਜੁੜੇ ਹੋਏ ਨੇ। ਤਾਂ ਗੱਲਬਾਤ ਮੈਮ ਤੁਸੀਂ ਕਰ ਰਹੇ ਸੀ ਜਿਹੜੀ ਗੱਲ, ਉਹ ਕੰਪਲੀਟ ਕਰੋ। ਸਤਿ ਸ਼੍ਰੀ ਅਕਾਲ ਜੀ, ਫਰੋਮ ਜਪਤਪ ਸੇਵਾ ਫਾਊਂਡੇਸ਼ਨ। तो ਜਿਹੜੀ ਇਹ ਗੱਲ ਕੰਟੀਨਿਊ ਹੋ ਰਹੀ ਸੀ ਜੀ, ਹੋ ਸਕਦਾ ਹੈ ਕੋਈ ਇਸ ਤਰ੍ਹਾਂ ਵੀ ਹੋਣਗੇ ਜਿਹੜੇ ਮੇਬੀ ਸਸਤੇ ਰੇਟ ਤੇ ਟੈਸਟ ਦੇਣ ਜਾਂ ਇਸ ਤਰ੍ਹਾਂ ਕਰ ਰਹੇ ਹੋਣ, ਬਟ ਅਗੇਨ ਵਾਟ ਮੈਟਰਸ ਇਜ਼ ਕੁਆਲਿਟੀ ਵਿਦ ਗੁੱਡ ਰੇਟ, ਰੀਜ਼ਨੇਬਲ ਰੇਟ ਇਜ਼ ਵਾਟ ਇਜ਼ ਇੰਪੋਰਟੈਂਟ, ਐਕਿਊਰੇਸੀ। ਦੂਜੀ ਗੱਲ ਇਹ ਹੈ ਕਿ ਜੀ ਅੱਜ ਦੀ ਡੇਟ ਵਿੱਚ ਕੀ ਹੋ ਰਿਹਾ, ਮੁਨਾਫੇ ਸਾਰਿਆਂ ਨੂੰ ਪਤਾ ਨੇ, ਠੀਕ ਹੈ ਜੀ, ਬਟ ਮੁਨਾਫਾ ਕਿਹਦੇ ਕੋਲ ਜਾ ਰਿਹਾ ਉਹ ਡਿਪੈਂਡ ਕਰਦਾ ਹੈ। ਸਾਡੀ ਇਸ ਸੰਸਥਾ ਵਿੱਚ ਅਸੀਂ ਇਹ ਆਪਣੇ ਆਪ ਨਾਲ, ਇੱਕ ਸਾਡੀ ਸੰਸਥਾ ਨਾਲ ਅਸੀਂ ਵਾਅਦਾ ਕੀਤਾ ਕਿ ਜਿੰਨਾ ਵੀ ਮੁਨਾਫਾ ਮਿਲੇਗਾ ਉਹ ਸਾਨੂੰ ਨਹੀਂ ਚਾਹੀਦਾ, ਉਹ ਇੱਕ ਪੇਸ਼ੈਂਟ ਕੋਲ ਜਾਏ। ਕਿਉਂ? ਕਿਉਂਕਿ ਉਹ ਇਸ ਚੀਜ਼ ਦਾ ਹੱਕਦਾਰ ਹੈ। ਅੱਜ ਦੀ ਡੇਟ ਵਿੱਚ ਅਸੀਂ ਸਿਰਫ ਇੱਕ ਗਰੀਬ ਬੰਦੇ ਦੀ ਗੱਲ ਨਹੀਂ ਕਰਾਂਗੇ, ਇੱਕ ਮਿਡਲ ਕਲਾਸ ਫੈਮਿਲੀ ਦੀ ਵੀ ਤੁਸੀਂ ਗੱਲ ਕਰ ਲਓ, ਹਰ ਘਰ ਵਿੱਚ ਤਕਰੀਬਨ 5 ਤੋਂ 10,000 ਦੀ ਦਵਾਈ ਜਾ ਰਹੀ ਹੈ। ਕਮਾਈਆਂ ਕਿੱਥੇ ਨੇ? ਉਨੀਆਂ ਹੀ ਨੇ। ਸੋ ਇਹ ਹੈਗਾ ਕਿ ਵੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਕੱਠੇ ਹੋ ਕੇ ਸਰਬਤ ਦੇ ਭਲੇ ਵਿੱਚ ਹਿੱਸਾ ਪਾਉਣਾ ਹੈ ਤੇ ਮਿਲ ਕੇ ਇਸ ਸੰਸਥਾ ਨੂੰ ਇਕੱਠੇ ਅੱਗੇ ਲੈ ਕੇ ਜਾਣਾ ਹੈ, ਜਿੱਥੇ ਦਵਾਈਆਂ, ਟੈਸਟ, ਡਾਕਟਰ, ਹੈਲਥ ਫੈਸਿਲਿਟੀਜ਼ ਸਾਰਾ ਕੁਝ ਹੈ। ਇਨ ਐਡੀਸ਼ਨ ਟੂ ਦਿਸ ਅਸੀਂ ਵਿਮਨ ਐਮਪਾਵਰਮੈਂਟ, ਜਿਵੇਂ ਸਰ ਨੇ ਆਲਰੇਡੀ ਦੱਸਿਆ ਹੀ ਹੈਗਾ, ਉਹਦੇ ਵਿੱਚ ਕੰਮ ਕਰ ਰਹੇ। ਅਸੀਂ ਚਾਹੁੰਦੇ ਹਾਂ ਕਿ ਛੋਟੇ ਕੋਰਸਿਸ ਹੈਗੇ ਨੇ ਜਿਹੜੇ ਅਸੀਂ ਕਰਵਾ ਰਹੇ ਨੇ ਫੀਮੇਲਸ ਨੂੰ ਸਪੈਸ਼ਲੀ, ਤਾਂ ਕਿ ਉਹ ਉਹਨਾਂ ਕੋਰਸਿਸ ਨੂੰ ਕਰਨ, ਸ਼ਾਰਟ ਟਰਮ ਕੋਰਸਿਸ, ਤੇ ਉਸ ਤੋਂ ਬਾਅਦ ਦੇ ਸ਼ੁੱਡ ਬੀ ਸੈਲਫ ਸਫੀਸ਼ੀਐਂਟ, ਤਾਂ ਕਿ ਆਪਣੇ ਉਹ ਪੈਸੇ ਕਮਾਉਣ ਤੇ ਆਪਣੇ ਆਪ ਨੂੰ ਸੰਭਾਲਣ। ਕਿਉਂਕਿ ਇਸ ਇਲਾਕੇ 'ਚ ਅਗਰ ਅਸੀਂ ਦੇਖੀਏ ਜਿਹੜੀਆਂ ਫੀਮੇਲਸ ਹੈਗੀਆਂ ਨੇ, ਦੇ ਆਰ ਆਲ ਡਿਪੈਂਡੈਂਟ ਔਨ ਮੇਲਸ, ਆਪਣੀ ਕੋਈ ਤਨਖਾਹ ਹੈ ਨਹੀਂ ਹੈ। ਪਰ ਜੇ ਇਸ ਤਰ੍ਹਾਂ ਕੁਝ ਹੋ ਜਾਏ, ਥੋੜੇ ਇੰਡੀਪੈਂਡੈਂਟ ਹੋ ਜਾਣ, ਥੋੜੀ ਸੋਚ ਬਦਲਦੀ ਹੈ, ਐਟਲੀਸਟ ਸਕਿੱਲ ਤੇ ਆ ਜਾਏਗਾ। ਐਬਸੋਲੂਟਲੀ ਸਕਿੱਲ ਆਏਗਾ ਤੇ ਅੱਗੇ ਕੁਝ ਵੇਚਣ ਵਾਸਤੇ, ਕਰਨ ਵਾਸਤੇ ਓਪਰਚੁਨਿਟੀ ਮਿਲ ਸਕਦੀ ਹੈ। ਯੈਸ ਸਰ। ਇਨ ਐਡੀਸ਼ਨ ਟੂ ਦਿਸ ਜੀ ਸਾਡਾ ਇੱਕ ਇਹ ਜ਼ਰੂਰ ਹੈਗਾ ਕਿ ਵੀ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਵਾਸਤੇ ਇੱਕ ਐਜੂਕੇਸ਼ਨ ਫੈਸਿਲਿਟੀ ਹੋਣੀ ਚਾਹੀਦੀ। ਅੱਜ ਕੱਲ੍ਹ ਸਰਕਾਰੀ ਸਕੂਲ ਵਿੱਚ ਬੱਚੇ ਪੜ੍ਹਦੇ ਤੇ ਹੈਗੇ ਨੇ। ਮਾਫ ਕਰਨਾ, ਕੱਲ੍ਹ ਪਰਸੋਂ 2-3 ਦਿਨ ਪਹਿਲੇ ਸਾਡੇ ਕੋਲ ਕੋਈ ਆਏ ਹੋਏ ਸੀ, ਉਹ ਵੀ ਇਹਨਾਂ ਨੇ ਵੀ ਸਾਨੂੰ ਦੱਸਿਆ ਕਿ ਵੀ ਇੱਕ ਸਰਕਾਰੀ ਸਕੂਲ ਵਿੱਚ ਤਕਰੀਬਨ ਇੱਕ ਸੈਕਸ਼ਨ ਵਿੱਚ 65 ਬੱਚਾ ਪੜ੍ਹਦਾ, 65 ਸਟੂਡੈਂਟਸ, ਐਂਡ ਹਾਊ ਮੈਨੀ ਸੈਕਸ਼ਨਸ? ਆਲਮੋਸਟ 10 ਸੈਕਸ਼ਨਸ ਫॉर ਈਚ ਕਲਾਸ। ਤੇ ਟੀਚਰ ਤਾਂ ਉਨਾ ਹੀ ਹੈ ਨਾ, ਜਿਹੜਾ ਸਵੇਰੇ 8 ਵਜੇ ਟੀਚਰ ਆਇਆ, ਸ਼ਾਮੀ 5 ਵਜੇ ਤੱਕ ਉਹ ਕੀ ਪੜ੍ਹਾਏਗਾ, ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ। ਸੋ ਇਹ ਹੈਗਾ ਕਿ ਵੀ ਆਰ ਟਰਾਈਂਗ ਕਿ ਇੱਕ ਰੈਵੋਲੂਸ਼ਨ ਉੱਥੇ ਵੀ ਲਿਆਈਏ, ਬਟ ਹੌਲੀ ਹੌਲੀ ਅਜੇ ਸ਼ੁਰੂਆਤ ਹੈਲਥ ਕੇਅਰ ਤੋਂ ਹੈਗੀ ਹੈ, ਫਾਰਮੇਸੀ ਤੋਂ ਹੈਗੀ ਹੈ। ਸਾਡੀ ਹੰਬਲ ਸਬਮਿਸ਼ਨ ਸਾਰਿਆਂ ਨੂੰ ਹੈ ਕਿ ਤੁਸੀਂ ਆਪਣੀਆਂ ਦਵਾਈਆਂ ਵੀ ਲਓ, ਦੂਜਿਆਂ ਦੀ ਦਵਾਈਆਂ ਵੀ ਇੱਥੋਂ ਆਰਡਰ ਕਰੋ। ਇਨਫੈਕਟ ਜੇ ਤੁਸੀਂ ਸਾਡੇ ਕੋਲ ਆਓ ਤਾਂ ਬਹੁਤ ਵਧੀਆ ਗੱਲ ਹੈ, ਜੇ ਸਾਡੇ ਕੋਲ ਨਹੀਂ ਆ ਸਕਦੇ ਹੋ ਸਾਨੂੰ ਤੁਸੀਂ WhatsApp ਕਰੋ, ਅਸੀਂ ਤੁਹਾਡੀ ਦਵਾਈਆਂ ਡਿਲੀਵਰ ਕਰਵਾ ਦੇਵਾਂਗੇ। ਜਿਹੜੇ ਲੈਬ ਟੈਸਟ ਹੈਗੇ ਨੇ ਉਹਨਾਂ ਵਾਸਤੇ ਹੋਮ ਸੈਂਪਲ ਫੈਸਿਲਿਟੀ ਅਵੇਲੇਬਲ ਹੈਗੀ ਹੈ। ਸਾਡਾ ਬੰਦਾ ਜਾਏਗਾ,
ਸੈਂਪਲ ਲੈ ਕੇ ਆਏਗਾ, ਤੁਹਾਨੂੰ ਟੈਸਟ WhatsApp ਰਾਹੀਂ ਵੀ ਮਿਲ ਜਾਏਗੀ, ਜੇ ਤੁਹਾਨੂੰ ਰਿਪੋਰਟ ਚਾਹੀਦੀ ਤਾਂ ਉਹ ਵੀ ਮਿਲ ਜਾਏਗੀ। ਐਂਡ ਫੋਰਚੂਨੇਟਲੀ ਵੀ ਆਰ ਲੁਕਿੰਗ ਫਾਰਵਰਡ ਕਿ ਜਿਹੜੇ ਸਾਡੇ ਬਲੱਡ ਕਲੈਕਸ਼ਨ ਸੈਂਟਰਸ ਨੇ ਸਿਰਫ ਇੱਥੇ ਹੀ ਨਾ ਰਹੇ, ਇਸ ਤੋਂ ਇਲਾਵਾ ਨੇੜੇ ਤੋਂ ਨੇੜੇ ਹੋਰ ਬਥੇਰੀ ਜਗ੍ਹਾ ਤੇ ਸ਼ੁਰੂ ਹੋ ਜਾਣ, ਤਾਂ ਕਿ ਲੋਕਾਂ ਲਈ ਇੱਕ ਸਹੂਲੀਅਤ ਹੋ ਜਾਏ ਤਾਂ ਅਗਰ ਉਹ ਉੱਥੋਂ ਸਾਡੇ ਕੋਲ ਆਉਣ ਫਿਰ ਉਹਨਾਂ ਨੂੰ ਅਸੀਂ ਦਈਏ ਫਿਰ ਕਰੀਏ। ਬਿਕਾਜ਼ ਅਲਟੀਮੇਟਲੀ ਅਸੀਂ ਇਹ ਵੀ ਚਾਹੁੰਦੇ ਇਨ ਐਡੀਸ਼ਨ ਟੂ ਆਲ ਦਿਸ ਅਸੀਂ ਇਨਵਾਇਰਨਮੈਂਟ ਫ੍ਰੈਂਡਲੀ ਕੰਮ ਵੀ ਕਰੀਏ। ਸੋ ਵੀ ਵਾਂਟ ਕਿ ਵੀ ਹਾਂ ਵੀ ਜੇ ਇੱਕ ਬੰਦੇ ਨੇ ਰਿਪੋਰਟ ਲਿੱਤੀ ਹੈ ਅਸੀਂ ਉਹਨੂੰ ਰਿਪੋਰਟ WhatsApp ਕਰ ਦਈਏ, so we save paper also, you know, so these are the things which we need। ਟਾਈਮ ਵੀ ਸੇਵ ਹੁੰਦਾ ਨਾਲ ਕਿ ਰਿਪੋਰਟ ਇੱਥੋਂ ਜਾਏਗੀ, ਬੈਟਰ ਆਫ ਸਪੌਂਟੇਨੀਅਸ ਸਪੌਟ। ਜੀ ਬਿਲਕੁਲ ਮੈਮ, ਮੈਂ ਇੱਕ ਗੱਲ ਸਰ ਨਾਲ ਵੀ ਕਰਨਾ ਚਾਹੂੰਗਾ। ਸਰ ਜਿਹੜਾ ਜਬ ਤੱਕ ਫਾਊਂਡੇਸ਼ਨ ਹੈਗੀ, ਮੈਂ ਕੁਝ ਪਰਸਨਲ ਤੌਰ ਤੇ ਜਾਣਨਾ ਚਾਹੂੰਗਾ, ਬੁਰਾ ਨਾ ਮੰਨੇ ਜਵਾਬ ਦੇਣਾ ਚਾਹੋ ਤਾਂ ਤੁਹਾਡੀ ਮਰਜ਼ੀ ਹੈ। ਸਰ ਤੁਸੀਂ ਕੰਪੀਟੀਸ਼ਨ ਕਰ ਰਹੇ ਹੋ ਇੱਕ ਮੈਡੀਕਲ ਦੇ ਲਾਈਨ ਦੇ ਵਿੱਚ ਜਿਹੜੀ ਹੈਗੀ ਹੈ, ਕਿਉਂਕਿ ਕਿਸੇ ਮੈਡੀਕਲ ਲਾਈਨ ਕਿੱਦਾਂ ਦੀ ਚੀਜ਼ ਹੈਗੀ ਹੈ ਕਿ ਆਪਾਂ ਉੱਥੇ ਜੇ ਕਿਸੇ ਨੇ ਲੱਖ ਵੀ ਬੋਲਤਾ ਉਹ ਦੇਣਾ ਕੋਈ ਕੁਐਸਚਨ ਨਹੀਂ ਕਰਦਾ। ਤਕਲੀਫਾਂ ਬਹੁਤ ਆਈਆਂ ਹੋਣਗੀਆਂ, ਪ੍ਰੋਟੈਸਟ ਕੀਤਾ ਹੋਏਗਾ ਤੁਸੀਂ? ਅਸੀਂ ਦੇਖੋ, ਅਸੀਂ ਜੀ ਇਹ ਸੋਚਦੇ ਹਾਂ ਕਿ ਅਸੀਂ ਇੱਕ ਜੇ ਉਪਰਾਲਾ ਸ਼ੁਰੂ ਕੀਤਾ ਹੈ ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਨੇ ਸਾਨੂੰ ਇੰਨੀ ਹਿੰਮਤ ਦਿੱਤੀ ਹੈ ਕਿ ਫਰੋਮ ਦਾ ਡੇ 1 ਇਟ ਇਜ਼ ਪਿਕਿੰਗ ਅਪ ਲਾਈਕ ਐਨੀਥਿੰਗ। ਤੇ ਚੈਲੰਜਸ ਦੇਖੋ ਹਰ ਕੰਮ 'ਚ ਆਉਂਦੇ ਹੈ। ਹੁਣ ਮੈਂ ਨੇਮਸ ਨਹੀਂ ਲੈਣਾ ਚਾਹਾਂਗਾ, ਬਹੁਤ ਸਾਰੇ ਇਨਡਾਇਰੈਕਟ ਚੈਲੰਜਸ ਹੱਲੇ ਵੀ ਆ ਰਹੇ ਹੈ, ਬਟ ਉਹੀ ਹੈ ਕਿ ਵਾਹਿਗੁਰੂ ਜੀ ਦੀਆਂ ਇੰਨੀ ਬਲੈਸਿੰਗਸ ਹੈਗੀਆਂ ਕਿ ਸਭ ਸਮੂਥਲੀ ਚੱਲ ਰਿਹਾ ਹੈ। ਕਿਉਂਕਿ ਸਰ ਮੈਂ ਇਹ ਚੈਲੰਜ ਨਹੀਂ ਆਏ ਤਾਂ ਫਿਰ ਅਸੀਂ ਸਫਲ ਨਹੀਂ ਹੈ। ਸੋ ਟੂ ਸਕਸੈਸ ਮੀਨਸ ਵੀ ਨੀਡ ਚੈਲੰਜ। ਪਰ ਮੈਂ ਗੱਲ ਉਹੀ ਕਰੂੰਗਾ ਕਿ ਜਿਹੜਾ ਮੈਂ ਮਾਫੀਆ ਨਹੀਂ ਕਹਿ ਸਕਦਾ ਇਸ ਚੀਜ਼ ਨੂੰ, ਪਰ ਮੈਡੀਕਲ ਲਾਈਨ ਇੱਦਾਂ ਦੀ ਹੈਗੀ ਹੈ ਕਿ ਛੋਟੇ ਛੋਟੇ ਕਈਆਂ ਨੇ ਸਟੋਰਸ ਖੋਲ੍ਹੇ ਨੇ, ਰੋਟੀ ਕਮਾ ਰਹੇ ਨੇ, ਤੁਸੀਂ ਇੰਨੇ ਘੱਟ ਮਾਰਜਨ ਦਵਾਈਆਂ ਦੇ ਰਹੇ ਹੋ, ਉਹਨਾਂ ਨਾਲ ਕਦੀ ਕੋਈ ਵਾਹ ਵਾਸਤੇ ਤੁਹਾਨੂੰ ਉਹਦੇ ਵੱਲੋਂ ਕੋਈ ਪ੍ਰੈਸ਼ਰ ਪਿਆ ਹੋਵੇ? ਸਰ ਡਾਇਰੈਕਟਲੀ ਕਦੇ ਇੱਦਾਂ ਗੱਲ ਹੋਈ ਨਹੀਂ ਕੋਈ, ਬਟ ਯੈਸ ਇਨਡਾਇਰੈਕਟਲੀ ਦੇयर ਇਜ਼ ਯੂ نو ਦਿਸ ਪ੍ਰੋਬਲਮ ਇਜ਼ ਦੇयर। ਬਟ ਇਹ ਹੈ ਕਿ ਅਸੀਂ ਉਹਨਾਂ ਨੂੰ ਵੀ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਦੇ ਕੰਪੀਟੀਸ਼ਨ 'ਚ ਨਹੀਂ ਹੈਗੇ। ਜਿਹੜਾ ਸਾਡੇ ਕੋਲ ਪੇਸ਼ੈਂਟ ਹੈ ਜਾਂ ਜਿਹੜਾ ਸਾਡੇ ਕੋਲ ਦਵਾਈ ਲੈਣ ਆ ਰਿਹਾ ਉਹ ਵਿਚਾਰਾ ਉਹ ਬੰਦਾ ਹੈ ਜਿਹੜਾ ਹਰ ਮਹੀਨੇ 5-7-10 ਹਜ਼ਾਰ ਦੀ ਦਵਾਈ ਲੈਂਦਾ ਹੈ, ਤੇ ਉਹ ਕਦੇ ਵੀ ਨਾਰਮਲ ਕੈਮਿਸਟ ਸ਼ਾਪ ਤੇ ਜਾ ਕੇ ਇੰਨੀ ਦਵਾਈ ਨਹੀਂ ਲੈਂਦਾ। ਉਹ ਹਮੇਸ਼ਾ ਕੋਈ ਨਾ ਕੋਈ ਰਿਸੋਰਸਿਸ ਲੱਭਦਾ ਹੈ ਕਿ ਜਿੱਥੇ ਮੈਨੂੰ ਸਸਤਾ ਮਿਲੇ। ਔਰ ਜਿਵੇਂ ਆਪਾਂ ਅੱਜ ਕੱਲ੍ਹ ਆਨਲਾਈਨ ਵੀ ਸਰਚ ਕਰਦੇ ਹਾਂ, ਸਾਨੂੰ ਕਿਤੇ ਕੋਈ ਸਸਤੀ ਮਿਲ ਜਾਵੇ ਸੇਮ ਚੀਜ਼। ਬਿਲਕੁਲ, ਤੁਸੀਂ ਅੱਜ ਦੀ ਡੇਟ 'ਚ ਦੇਖੋ ਜੇ ਆਨਲਾਈਨ ਬਹੁਤ ਸਾਰੀ ਵੈਬਸਾਈਟਸ ਹੈਗੀਆਂ ਹੈ ਜਿਹੜੀਆਂ ਕਦੇ-ਕਦੇ ਆਫਰ ਸਾਡੇ ਵਰਗਾ ਚਲਾ ਦਿੰਦੀਆਂ, ਬਟ ਹਾਂ ਸਾਡੇ ਤੇ ਉਹਨਾਂ 'ਚ ਡਿਫਰੈਂਸ ਇਹ ਹੈ ਕਿ ਸਾਡਾ ਪਰਮਾਨੈਂਟ ਹੁੰਦਾ ਹੈ, ਉਹਨਾਂ ਦਾ 1 ਦਿਨ ਜਾਂ 2 ਦਿਨ ਲਈ ਹੁੰਦਾ ਹੈ। ਸੋ ਐਸਾ ਨਹੀਂ ਹੈ ਕਿ ਹਰ ਚੀਜ਼ ਉਪਲਬਧ ਹੈ, ਔਰ ਅਸੀਂ ਨਾ ਕਿਸੇ ਨੂੰ ਕਿਸੇ ਦੇ ਕੰਪੀਟੀਸ਼ਨ 'ਚ ਖੜੇ ਹਾਂ, ਨਾ ਅਸੀਂ ਕਿਸੇ ਨੂੰ ਕਹਿੰਦੇ ਆ ਕਿ ਹਾਂ ਜੀ ਤੁਸੀਂ ਬੰਦ ਕਰੋ ਜਾਂ ਤੁਸੀਂ ਇਹ ਕਰੋ। ਹਾਂ ਅਸੀਂ ਸਿਰਫ ਇੰਨਾ ਕਹਿੰਦੇ ਆ ਕਿ ਇੱਕ ਮਾਰਕੀਟ 'ਚ ਹਰ ਬੰਦੇ ਦਾ ਇੱਕ ਸੈਗਮੈਂਟ ਹੁੰਦਾ ਹੈ, ਤੇ ਅਸੀਂ ਇੱਥੇ ਕੋਈ ਬਿਜ਼ਨਸ ਲਈ ਨਹੀਂ ਆਇਆ। ਅਸੀਂ ਸਾਡਾ ਜਿਹੜਾ ਪਰਪਸ ਹੈ ਉਹ ਇਹ ਹੈ ਕਿ ਆਮ ਪੇਸ਼ੈਂਟ ਤੱਕ ਜਿੰਨਾ ਪ੍ਰੋਫਿਟ ਹੈ ਅਸੀਂ ਮੈਕਸਿਮਮ ਤੋਂ ਮੈਕਸਿਮਮ ਦੇ ਪਾਈਏ। ਤੇ ਸਰ ਜਿਹੜੀ ਆਪਣੀ NGO ਹੈ ਇਹਦੇ ਵਿੱਚ ਕਿੰਨੇ ਕੁ ਮੈਂਬਰਸ ਨੇ ਇਸ ਵੇਲੇ ਤੁਹਾਡੇ? ਇਸ ਵੇਲੇ ਸਰ ਜੇ ਗੱਲ ਕਰੀਏ ਤਾਂ ਸਾਡੇ ਬੇਸਿਕਲੀ 2 ਬੋਰਡ ਆਫ ਡਾਇਰੈਕਟਰਸ ਹੈਗੇ ਆ, ਤੇ ਵੀ ਹੈਵ ਅਰਾਊਂਡ 8 ਐਡਵਾਈਜ਼ਰੀ ਬੋਰਡ ਮੈਂਬਰਸ, ਤੇ ਉਸ ਤੋਂ ਇਲਾਵਾ ਸਾਡੀਆਂ 8 ਤੋਂ 10 ਅਲੱਗ-ਅਲੱਗ ਲੈਵਲ ਦੀਆਂ ਕਮੇਟੀਆਂ ਹੈਗੀਆਂ, ਜਿਹਦੇ 'ਚ ਸਾਡੇ ਲੋਕਲ ਸਰਪੰਚ ਹੈਗੇ ਹੈ, ਜਿਹਦੇ 'ਚ ਸਾਡੇ ਕੁਝ ਐਜੂਕੇਸ਼ਨਿਸਟਸ ਹੈਗੇ ਹੈ, ਕੁਝ ਸਾਡੇ ਬਿਜ਼ਨਸਮੈਨ ਹੈਗੇ ਹੈ, ਤੇ ਉਸ ਤੋਂ ਇਲਾਵਾ ਵੀ ਹੈਵ ਅ ਟੀਮ ਆਫ ਅਰਾਊਂਡ 100 ਵਾਲੰਟੀਅਰਸ, ਜਿਹੜੀ ਹੱਲੇ ਸਾਨੂੰ ਸ਼ੁਰੂ ਕੀਤੇ ਸਿਰਫ 5 ਤੋਂ 6 ਮਹੀਨੇ ਐਕਟਿਵਲੀ ਅਸੀਂ ਜਬ ਤੱਕ ਸੇਵਾ ਫਾਊਂਡੇਸ਼ਨ ਦੇ ਅੰਡਰ ਕੰਮ ਕਰ ਰਹੇ ਹਾਂ। ਐਂਡ ਹਰ ਦਿਨ ਵਧੀਆ ਲੋਕ ਮਿਲਦੇ ਹੈ ਤੇ ਉਹ ਜੁੜਦੇ ਹੈ, ਤੇ ਆਹਿਸਤਾ ਸਾਡੀ ਟੀਮ ਵੱਧ ਰਹੀ ਹੈ। ਸਰ ਇੱਕ ਤੇ ਇਹ ਮੈਨੂੰ ਦੱਸਿਓ ਐਡਰੈਸ ਕਿਹੜਾ ਹੈਗਾ ਜਿੱਥੇ ਫਾਊਂਡੇਸ਼ਨ ਹੈ? ਇਹ ਜੀ ਸਾਡਾ ਫਾਊਂਡੇਸ਼ਨ ਜਿਹੜਾ ਹੈ ਦਿਸ ਇਜ਼ SCO 2021 ਝੁਝਾਰ ਨਗਰ, ਨੀਅਰ ਮਲੋਇਆ ਜਾਂ ਨੀਅਰ ਦਾਰਾ ਸਟੂਡੀਓ ਜਾਂ ਨੀਅਰ ਦਾਊ ਸਾਹਿਬ। ਇੱਥੇ ਖੋਲ੍ਹਣ ਦਾ ਕੋਈ ਸਪੈਸੀਫਿਕ ਕੋਈ ਜਾਂ ਪਰਟੀਕੂਲਰ ਰੀਜ਼ਨ ਇੱਥੇ ਹੀ ਕਿਉਂ ਖੋਲ੍ਹਿਆ ਗਿਆ? ਕਿਉਂਕਿ ਹੋਰ ਵੀ ਜਿਸ ਤਰ੍ਹਾਂ 7 ਫੇਸ ਹੈ, 5 ਫੇਸ ਹੈ, ਕਾਫੀ ਵੱਡੀ ਮਾਰਕੀਟਸ ਨੇ, ਉੱਥੇ ਤੁਹਾਨੂੰ ਲੱਗਦਾ ਸੀ ਉੱਥੇ ਜ਼ਿਆਦਾ ਚੱਲਣਾ ਸੀਗਾ ਇੱਥੇ ਨਾਲ? ਸਰ ਸਾਡਾ ਮੋਟਿਵ ਬਿਜ਼ਨਸ ਕਰਨਾ ਹੁੰਦਾ ਤਾਂ ਡੈਫੀਨੇਟਲੀ ਅਸੀਂ ਮਾਰਕੀਟ 'ਚ ਖੋਲ੍ਹਦੇ, ਤੇ ਅਸੀਂ ਡੈਫੀਨੇਟਲੀ ਕਿਤੇ ਸੈਂਟਰਲਾਈਜ਼ਡ ਲੋਕੇਸ਼ਨ 'ਚ ਖੋਲ੍ਹਦੇ, ਬਟ ਇੱਥੇ ਸਾਡਾ ਖੋਲ੍ਹਣ ਦਾ ਮੋਟਿਵ ਇਹ ਹੈ ਬਿਕਾਜ਼ ਤੁਹਾਨੂੰ ਵੀ ਪਤਾ ਹੋਏਗਾ ਜਿਸ ਲੋਕੇਸ਼ਨ 'ਤੇ ਅਸੀਂ ਹੈਗੇ ਹਾਂ ਉਹਦੇ 3 ਤੋਂ 4 ਕਿਲੋਮੀਟਰ ਦੀ ਪੈਰੀਫਰੀ ਦੇ ਅੰਦਰ ਅਰਾਊਂਡ 1 ਲੱਖ ਪਲੱਸ ਫੈਮਲੀਜ਼ ਰਹਿੰਦੀਆਂ, ਤੇ ਇੱਥੇ ਕੋਈ ਵੀ ਮੈਡੀਕਲ ਫੈਸਿਲਿਟੀ ਨਹੀਂ ਹੈ। ਜੇ ਤੁਸੀਂ ਇੱਧਰ ਉੱਧਰ ਲੋਕਾਂ ਨਾਲ ਗੱਲ ਵੀ ਕਰੋਗੇ ਤੁਹਾਨੂੰ ਕੋਈ ਵਧੀਆ MBBS ਡਾਕਟਰ ਵੀ ਨਹੀਂ ਮਿਲੇਗਾ ਫॉर ਦਾ OPD। ਉਹ ਹਸਪੀਟਲਸ ਵਗੈਰਾ ਇੱਥੋਂ ਕਾਫੀ ਦੂਰ ਦੇਖਦੇ ਉਸ ਚੀਜ਼ ਦਾ ਬੈਨੀਫਿਟ ਹੈਗਾ। ਐਗਜ਼ੈਕਟਲੀ, ਇੱਥੋਂ ਸਿਰਫ ਇੱਕ ਫੈਸਿਲਿਟੀ ਸਾਡੀ ਸਿਵਲ ਹਸਪੀਟਲ ਜਿਹੜਾ ਉਹ ਨੇੜੇ ਹੈਗਾ ਹੈ, ਤਾਂ ਤੁਹਾਨੂੰ ਪਤਾ ਹੈ ਕਿ ਗਵਰਨਮੈਂਟ ਹਸਪੀਟਲ 'ਚ ਰਸ਼ ਕਿੰਨਾ ਹੁੰਦਾ ਹੈ, ਪ੍ਰਾਈਵੇਟ ਫੈਸਿਲਿਟੀ ਇਸ ਏਰੀਆ 'ਚ ਕੋਈ ਨਹੀਂ ਹੈ।
ਸੋ ਸਾਨੂੰ ਲੱਗਾ ਕਿ ਦਿਸ ਇਜ਼ ਅ ਪੋਟੈਂਸ਼ੀਅਲ ਏਰੀਆ ਜਿੱਥੇ ਅਸੀਂ ਮੈਕਸਿਮਮ ਲੋਕਾਂ ਨੂੰ ਸਰਵ ਕਰ ਸਕਦੇ ਹਾਂ ਤੇ ਲੋਕਾਂ ਨੂੰ ਲੋੜ ਹੈ। ਤੇ ਸਰ ਜਿਹੜੀ ਦਵਾਈਆਂ ਹੈ, ਜਿਸ ਤਰ੍ਹਾਂ ਬ੍ਰਾਂਡਡ ਦੀ ਗੱਲ ਕਰ ਲਈਏ, ਬ੍ਰਾਂਡ ਦੇ ਵਿੱਚ ਜਿੱਦਾਂ ਕਾਫੀ ਮੈਂ ਬ੍ਰਾਂਡਸ ਹੈਗੇ, ਉਹ ਵੀ ਤੁਹਾਨੂੰ ਇੱਥੋਂ ਸੇਮ 70% ਤੋਂ 20% ਦੀ ਰੇਂਜ 'ਚ ਮਿਲੇਗਾ? ਸਰ ਜਿਹੜਾ ਬ੍ਰਾਂਡਡ ਮੈਡੀਸਿਨਸ, ਦੋ ਤਰ੍ਹਾਂ ਦੀਆਂ ਮੈਡੀਸਿਨਸ ਹੁੰਦੀਆਂ, ਇੱਕ ਬ੍ਰਾਂਡਡ ਤੇ ਜੈਨਰਿਕ। ਦੋਨਾਂ 'ਚ ਕੁਆਲਿਟੀ ਵਾਈਜ਼ ਕੋਈ ਫਰਕ ਨਹੀਂ ਹੁੰਦਾ, ਸਿਰਫ ਇੰਨਾ ਹੁੰਦਾ ਹੈ ਕਿ ਜਿੱਦਾਂ ਤੁਸੀਂ ਇੱਕ ਐਗਜ਼ਾਮਪਲ ਲੈ ਲਓ ਕਿ ਇੱਕ ਮਰਸੀਡੀਜ਼ ਹੈ ਤੇ ਇੱਕ ਮਾਰੂਤੀ ਹੈ। ਹੁਣ ਮੋਟਿਵ ਦੋਨਾਂ ਦਾ ਇਹ ਹੈ ਕਿ ਮੈਂ ਚੰਡੀਗੜ੍ਹ ਤੋਂ ਦਿੱਲੀ ਜਾਣਾ, ਉਹ ਦੋਨੋਂ ਗੱਡੀਆਂ ਜਾਣਗੀਆਂ ਤੇ ਦੋਨੋਂ ਟਾਈਮ ਨਾਲ ਪਹੁੰਚਾਉਣਗੀਆਂ, ਪਰ ਇਹ ਹੈ ਕਿ ਇੱਕ ਬ੍ਰਾਂਡਡ ਦਵਾਈ ਹੈ ਤੇ ਇੱਕ ਜੈਨਰਿਕ ਦਵਾਈ ਹੈ। ਸੋ ਬ੍ਰਾਂਡਡ ਮੈਡੀਸਿਨਸ ਤੇ ਜਨਰਲੀ ਜਿਹੜਾ ਮਾਰਜਿਨ ਹੈ ਉਹ ਕੰਪਨੀਜ਼ ਘੱਟ ਦਿੰਦੀਆਂ, ਬਿਕਾਜ਼ ਕਿਉਂ ਉਹ ਘੱਟ ਇਸ ਲਈ ਦਿੰਦੀਆਂ ਕਿਉਂਕਿ ਉਹ ਬ੍ਰਾਂਡ ਨੂੰ ਪ੍ਰਮੋਟ ਕਰਨ ਲਈ ਆਪਣਾ ਬਜਟ ਇਨਵੈਸਟ ਕਰਦੀਆਂ ਨੇ। ਸੋ ਉਹਦੇ ਤੇ ਸਾਨੂੰ ਜਿਹੜਾ ਹੈ ਉਹ 20 ਤੋਂ 30% ਦੇ ਵਿੱਚ ਮੇਜਰਲੀ ਜਿਹੜਾ ਹੈ ਮਿਨੀਮਮ 20 ਮੈਕਸਿਮਮ 70, ਹਾਂ ਅਕੋਰਡਿੰਗਲੀ ਉਹਦਾ ਹਾਂਜੀ ਉਹ ਅਲੱਗ-ਅਲੱਗ ਕੰਪਨੀ ਦੇ ਹਿਸਾਬ ਨਾਲ, ਜੈਨਰਿਕ ਤੇ ਬ੍ਰਾਂਡਡ ਦੇ ਹਿਸਾਬ ਨਾਲ 20 ਤੋਂ 70% ਡਿਸਕਾਊਂਟ ਹੁੰਦਾ ਹੈ। ਇੱਕ ਸਰ ਮੈਡੀਕਲ ਲਾਈਨ ਦੇ ਵਿੱਚ ਆਪਾਂ ਦੇਖੀਏ ਕੋਈ ਇਕਵਿਪਮੈਂਟਸ ਹੁੰਦੇ ਆ, ਜਿਸ ਤਰ੍ਹਾਂ ਕਿਸੇ ਨੂੰ ਉਹਦੀ ਵਿਸਾਖੀ ਦੀ ਜ਼ਰੂਰਤ ਹੈ ਜਾਂ ਕਿਸੇ ਨੂੰ ਵਾਕਰ ਦੀ ਜ਼ਰੂਰਤ ਹੈ, ਕਿ ਉਹ ਵੀ ਆਪਾਂ ਅਵੇਲੇਬਲ ਕਰਾਉਂਦੇ ਹਾਂ? ਹਾਂਜੀ, ਅਸੀਂ ਜਿਹੜਾ ਹੈ ਆਲ ਫੈਸਿਲਿਟੀਜ਼ ਪੇਸ਼ੈਂਟਸ ਨੂੰ ਅਵੇਲੇਬਲ ਕਰਵਾਉਂਦੇ ਹਾਂ ਤੇ ਉਹਨਾਂ ਤੇ ਵੀ ਅਸੀਂ ਜਿਹੜਾ ਹੈ ਘੱਟ ਤੋਂ ਘੱਟ 30% ਦਾ ਮਾਰਜਿਨ ਅਸੀਂ ਪੇਸ਼ੈਂਟ ਨੂੰ ਦਿੰਦੇ ਹਾਂ। ਉਹ ਵੀ ਮਿਨੀਮਮ ਹੈਗਾ, ਉਹ ਅਗੇਨ ਕੰਪਨੀ ਟੂ ਕੰਪਨੀ ਡਿਪੈਂਡ ਕਰਦਾ ਹੈ ਐਂਡ ਇਟ ਗੋਜ਼ ਅਗੇਨ ਅਪ ਟੂ 70%। ਜਿਹੜੀ ਇਕਵਿਪਮੈਂਟ, ਜਿਹੜੇ ਉਹ ਚੀਜ਼ਾਂ ਹੈਗੀਆਂ, ਜਿੱਦਾਂ ਤੁਹਾਡੇ ਵਾਕਰਸ ਹੋ ਗਏ, ਟਰਾਈਸਾਈਕਲਸ ਹੋ ਗਈਆਂ, ਜਾਂ ਫਿਰ ਤੁਹਾਡੇ ਜਿੱਦਾਂ ਫ੍ਰੈਕਚਰਸ ਵਗੈਰਾ ਹੋ ਜਾਂਦੇ ਆ, ਬੈਂਡੇजेस ਵਗੈਰਾ ਹੁੰਦੀਆਂ ਹੈ, ਜਾਂ ਫਿਰ ਨੀ ਸਪੋਰਟਸ ਹੁੰਦੇ ਹੈ, ਉਹ ਸਾਰੀਆਂ ਚੀਜ਼ਾਂ ਤੇ ਜੀ ਮਿਨੀਮਮ 30 ਹੈਗਾ ਤੇ ਉੱਪਰ ਜਿਹੜਾ ਉਹ ਮੈਕਸਿਮਮ 70 ਤੱਕ ਜਾਂਦਾ ਹੈ, ਅਗੇਨ ਡਿਪੈਂਡਿੰਗ ਅਪਨ ਕੁਆਲਿਟੀ ਐਂਡ ਕੰਪਨੀ। ਤੇ ਸਰ ਦਵਾਈਆਂ ਦੀ ਗੱਲ ਹੈਗੀ, ਤੁਸੀਂ ਕਿੰਨੇ ਮਾਰਜਿਨ 'ਚ ਕਰ ਰਹੇ ਹੋ ਜਿਹੜਾ ਆਪਣਾ ਸੇਵਾ ਕਰ ਰਹੇ ਹੋ, ਤੇ ਕੋਈ ਮੈਡੀਕਲ ਕੈਂਪਸ ਵਗੈਰਾ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਉਪਰਾਲਾ ਕੀਤਾ ਗਿਆ ਹਜੇ ਤੱਕ? ਸਰ ਸਾਨੂੰ ਇਹ ਸਾਰਿਆਂ ਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਹੱਲੇ 4 ਤੋਂ 5 ਮਹੀਨੇ ਹੋਏ ਆ ਤੇ ਅਸੀਂ ਪਿਛਲੇ 4 ਤੋਂ 5 ਮਹੀਨੇ 'ਚ ਅਰਾਊਂਡ 35 ਕੈਂਪ ਲਾ ਚੁੱਕੇ ਹਾਂ ਤੇ ਜਿਹਦੇ 'ਚ ਅਸੀਂ ਅਰਾਊਂਡ 15,000 ਤੋਂ 16,000 ਬੰਦਿਆਂ ਨੂੰ ਫ੍ਰੀ ਦਵਾਈਆਂ ਵੰਡ ਚੁੱਕੇ ਹਾਂ। ਤੇ ਇਹ ਕਿਹੜੇ ਏਰੀਆ ਦੇ ਵਿੱਚ? ਇਹ ਸਾਡੇ ਕੈਂਪ ਜਿਹੜੇ ਆ ਮਲੋਇਆ, ਦਾਊ ਸਾਹਿਬ, ਆਪਣਾ ਬਲੋਲਪੁਰ ਜਾਂ ਮੋਹਾਲੀ 25 ਸੈਕਟਰ ਹੋ ਗਿਆ, ਮਤਲਬ ਜਿੱਥੇ ਬੇਸਿਕ ਰਿਐਲਿਟੀ ਦੇ ਵਿੱਚ ਜਿੱਥੇ ਕੀ ਕਹਿੰਦੇ ਜ਼ਰੂਰਤ ਹੈਗੀ ਹੈ, ਕਿਉਂਕਿ ਇਸ ਏਰੀਆ ਦੇ ਵਿੱਚ ਮਾਫ ਕਰਨਾ ਮੈਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ, ਕਿਉਂਕਿ ਇਸ ਏਰੀਆ ਦੇ ਵਿੱਚ ਨਾ ਕਾਫੀ ਗਰੀਬ ਤਬਕਾ ਰਹਿੰਦਾ ਜਾਂ ਲੇਬਰ ਤਬਕਾ ਰਹਿੰਦਾ, ਤਾਂ ਹੀ ਤੁਸੀਂ ਇਸ ਚੀਜ਼ ਨੂੰ ਕੰਸਲਟੇਟ। ਪੂਰੀ ਟਰਾਈ ਸਿਟੀ ਦਾ ਜਿਹੜਾ ਮੇਨ ਲੇਬਰ ਜਾਂ ਵਰਕਿੰਗ ਜਿਹੜੇ ਮਤਲਬ ਘਰਾਂ 'ਚ ਵੀ ਕੰਮ ਕਰਦੇ ਹੈ, ਉਹ ਸਾਰੇ ਇਹਨਾਂ ਏਰੀਆ 'ਚ ਹੀ ਰਹਿੰਦੇ ਹੈ ਤੇ ਸਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਹਨਾਂ ਫੈਸਿਲਿਟੀਜ਼ ਦੀ ਜ਼ਿਆਦਾ ਲੋੜ ਹੈ ਤੇ ਸਾਡੇ ਜਿਹੜੇ ਮੇਜਰਲੀ ਕੈਂਪਸ ਹੈ ਉਹ ਇੱਥੇ ਲੱਗਦੇ ਆ। ਪਲੱਸ ਹੁਣ ਅਸੀਂ ਸਕੂਲਸ ਵੀ ਕੈਂਪ ਲਾਉਂਦੇ ਹਾਂ ਤੇ ਉੱਥੇ ਵੀ ਅਸੀਂ ਬੱਚਿਆਂ ਦਾ ਫਰੀ ਟ੍ਰੀਟਮੈਂਟ ਕਰਦੇ ਹਾਂ, ਜਿੱਥੇ ਉੱਥੇ ਸਾਡੇ ਡੈਂਟਿਸਟ ਜਾਂਦੇ ਆ, ਸਾਡੇ ਜਨਰਲ ਪ੍ਰੈਕਟੀਸ਼ਨਰਸ ਜਾਂਦੇ ਆ ਤੇ ਉਹ ਰਿਕਮੈਂਡ ਕਰਦੇ ਆ ਤੇ ਅੱਗੇ ਪੇਸ਼ੈਂਟਸ ਨੂੰ ਦੱਸਦੇ, ਆਪਣਾ ਪੇਰੈਂਟਸ ਨੂੰ, ਬੱਚਿਆਂ ਦੇ ਨੂੰ ਦੱਸਦੇ ਆ ਕਿ ਹਾਂਜੀ ਇਹਨਾਂ ਨੂੰ ਇਹ ਚੈੱਕਅਪ ਦੀ ਲੋੜ ਹੈਗੀ ਹੈ। ਉਸ ਤੋਂ ਇਲਾਵਾ ਸਾਡੇ ਅਲੱਗ-ਅਲੱਗ ਸੈਸ਼ਨਸ ਲੱਗਦੇ ਆ ਜਿੱਥੇ ਫੀਮੇਲ ਹਾਈਜੀਨ ਦੇ ਬਾਰੇ 'ਚ ਦੱਸਿਆ ਜਾਂਦਾ ਹੈ ਜਾਂ ਸੈਕਸ਼ੂਅਲ ਟਰਾਂਸਮਿਟਡ ਡਿਜ਼ੀਜ਼ਸ ਦੇ ਬਾਰੇ 'ਚ ਦੱਸਿਆ ਜਾਂਦਾ ਹੈ। ਸੋ ਇਹ ਸਾਡੇ ਅਵੇਅਰਨੈਸ ਕੈਂਪੇਨਸ ਵੀ ਹੋ ਰਹੇ ਸਰ। ਜਿਹੜੀ ਤੁਸੀਂ ਮੈਡੀਕਲ ਜਿਹੜੀ ਦਵਾਈਆਂ ਦਿੱਤੀਆਂ, ਜਿਸ ਤਰ੍ਹਾਂ ਹਾਰਟ ਦੀ ਦਵਾਈਆਂ ਬਹੁਤ ਮਹਿੰਗੀਆਂ ਆਉਂਦੀਆਂ ਜਾਂ ਡੈਂਟਲ ਦੀਆਂ ਮਹਿੰਗੀਆਂ ਆਉਂਦੀਆਂ, ਕਿਆ ਇਹ ਕੈਂਪਸ ਦੇ ਵਿੱਚ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਇਸ ਬਿਮਾਰੀਆਂ ਦੀ? ਫ੍ਰੈਂਕਲੀ ਸਪੀਕਿੰਗ, ਜਦ ਅਸੀਂ ਹਾਰਟ ਦੀ ਦਵਾਈ ਦੀ ਗੱਲ ਕਰਦੇ ਹਾਂ ਕੈਂਪਸ 'ਚ ਅਸੀਂ ਸਿਰਫ ਜਦ ਜਿਹੜੀ ਇਮੀਡੀਏਟ ਡਾਇਗਨੋਜ਼ ਹੋਣ ਵਾਲੀ ਚੀਜ਼ ਹੁੰਦੀ ਹੈ ਉਹਦੇ ਬਾਰੇ ਸੁਜੈਸ਼ਨਸ ਦੇ ਸਕਦੇ ਹਾਂ, ਬਿਕਾਜ਼ ਜਿਹੜੀ ਸੀਰੀਅਸ ਬੜੀ ਕੀ ਕਹਿੰਦੇ ਤੁਹਾਡੀ ਸੀਰੀਅਸ ਡਿਜ਼ੀਜ਼ਸ ਹੈਗੀਆਂ ਜਿੱਦਾਂ ਹਾਰਟ ਤੋਂ ਰਿਲੇਟਿਡ ਜਾਂ ਬ੍ਰੇਨ ਤੋਂ ਰਿਲੇਟਿਡ, ਇਹਨਾਂ ਨੂੰ ਟ੍ਰੀਟ ਕਰਨ ਲਈ ਪ੍ਰੋਪਰ ਡਾਇਗਨੋਸ ਚਾਹੀਦਾ ਹੁੰਦਾ ਹੈ। ਜੇ ਦਵਾਈ ਦੀ ਕਿਸੇ ਨੂੰ ਜ਼ਰੂਰਤ ਹੈਗੀ ਹੈ ਉਹ ਦਿੱਤੀ ਹੈ ਕਿ ਦੇ ਸਕਦੇ ਉਹਦੇ 'ਚ? ਨਹੀਂ, ਦੈਟ ਵੁੱਡ ਨਾਟ ਬੀ ਪੋਸੀਬਲ, ਬਟ ਜੇ ਪ੍ਰਿਸਕ੍ਰਿਪਸ਼ਨ ਹੋਏਗੀ ਕਿਉਂਕਿ ਉਹਨੂੰ ਐਨਾਲਾਈਜ਼ ਕਰਨਾ ਪੈਂਦਾ ਹੈ, ਪ੍ਰਿਸਕ੍ਰਿਪਸ਼ਨ ਵੀ ਹੋਏਗੀ ਤਾਂ ਦੇ ਸਕਦੇ ਹਾਂ। ਉਹਦੇ ਬੇਸ ਤੇ ਅਸੀਂ ਜਿਹੜਾ ਮੇਜਰਲੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਕੁਝ ਜਿਹੜੇ ਐਕਚੁਅਲੀ ਲੋੜਵੰਦ ਹੈਗੇ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ, ਔਰ ਜਿਹੜੇ ਅਫੋਰਡ ਕਰ ਸਕਦੇ ਥੋੜੀ ਪੇਮੈਂਟ, ਹਾਂ ਜਿਹੜੇ ਅਫੋਰਡ ਕਰ ਸਕਦੇ ਆ ਉਹਨਾਂ ਨੂੰ ਜਿਹੜਾ ਹੈ ਉਹ ਆਪਣਾ ਡਿਸਕਾਊਂਟਡ ਰੇਟਸ ਤੇ ਮਿਲਣਗੇ। ਤਾਂ ਮਤਲਬ ਕਿ ਐਟ ਲਾਸਟ ਹੈਗੀ ਤੇ ਮਨੁੱਖਤਾ ਦੀ ਸੇਵਾ ਹੀ ਹੈਗੀ ਹੈ ਇਹ ਜਿਹੜੀ ਆਪਾਂ ਤੁਸੀਂ ਕਰ ਰਹੇ ਹੈਗੇ ਹੋ। ਇਹਦੇ ਵਿੱਚ ਹੋਰ ਤੁਸੀਂ ਇਨ ਫਿਊਚਰ ਪਲਾਨਸ ਕੀ ਆ ਤੁਹਾਡੇ? ਇਨ ਫਿਊਚਰ ਜੀ ਸਾਡਾ ਪਲਾਨ ਉਹੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸੋ ਪ੍ਰੋਬੇਬਲੀ ਇਨ ਨੈਕਸਟ 3 to 4 ਮੰਥਸ ਸਾਡੇ ਕੋਲ ਇੱਥੇ ਅਲਟਰਾਸਾਊਂਡ ਤੇ ਐਕਸ-ਰੇ ਫੈਸਿਲਿਟੀ ਆ ਜਾਏਗੀ ਤੇ ਇਸ ਤੋਂ ਇਲਾਵਾ ਅਸੀਂ ਲਾਸਟ ਮੰਥ ਜਿਹੜਾ ਉਹ ਡੈਂਟਿਸਟਰੀ ਲਾਂਚ ਕੀਤੀ ਹੈ, ਜਿਹੜੀ ਚੰਡੀਗੜ੍ਹ ਸਭ ਤੋਂ ਸਸਤਾ ਹੈਗਾ ਟਰਾਈ ਸਿਟੀ 'ਚ ਤੇ ਵਧੀਆ ਸਭ ਤੋਂ ਵਧੀਆ ਕੁਆਲਿਟੀ ਦੇ ਸਾਡੇ ਡਾਕਟਰਸ ਹੈਗੇ। ਬਿਕਾਜ਼ ਕੀ ਹੁੰਦਾ ਹੈ ਕਿ ਸਿਰਫ ਰੇਟ ਮੈਟਰ ਨਹੀਂ ਕਰਦਾ, ਰੇਟ ਦੇ ਨਾਲ ਹੁਣ ਜੇ ਤੁਸੀਂ ਡੈਂਟਿਸਟ ਕੋਲ ਜਾਓ, ਜੇ ਉਹ ਤੁਹਾਡੇ ਦੰਦ ਨੂੰ ਦਰਦ ਕਰ ਰਿਹਾ ਹੈ, ਕਿੱਦਾਂ ਟਰੀਟ ਕਰ ਰਹੇ ਹੋ, ਐਕਸਪੀਰੀਅੰਸ ਮੈਟਰ ਕਰਦਾ ਹੈ।
ਤਾਂ ਸਾਡੀ ਜਿਹੜੀ ਡੈਂਟਿਸਟਰੀ ਦੀ ਟੀਮ ਹੈ ਉਹਨਾਂ ਦੇ ਹੈੱਡ ਜਿਹੜੇ ਹੈ ਸ਼ੀ ਇਜ਼ ਹੈਵਿੰਗ ਐਕਸਪੀਰੀਅੰਸ ਆਫ 25 ਇਅਰਸ। ਸੋ ਜਿਹੜੀ ਉਹਨਾਂ ਦੀ ਬਾਕੀ ਟੀਮ ਹੈਗੀ ਹੈ ਉਹ ਸਾਰੇ ਹੀ ਐਕਸਪੀਰੀਅੰਸ ਮਤਲਬ ਘੱਟ ਤੋਂ ਘੱਟ ਤੁਹਾਡਾ 8-10 ਸਾਲ ਸਾਰਿਆਂ ਨੂੰ ਐਕਸਪੀਰੀਅੰਸ ਹੈਗਾ ਹੈ। ਤੇ ਸਰ ਜਿਹੜੇ ਡਾਕਟਰਸ ਇੱਥੇ ਅਵੇਲੇਬਲ ਨੇ ਜਿਹੜੇ ਹਮੇਸ਼ਾ ਡੈਂਟਿਸਟ ਦੇ ਹੋਣ ਜਾਂ ਕੋਈ ਵੀ ਹੋਣ, ਕਿਆ ਉਹ ਵੀ ਸੇਵਾ ਭਾਵ ਨਾਲ ਹੀ ਕਰ ਰਹੇ ਇੱਥੇ ਕਿ ਕੋਈ ਸੈਲਰੀ ਵਗੈਰਾ ਦੇ ਰਹੇ ਹੋ? ਦੇਖੋ ਇਹ ਅਲੱਗ-ਅਲੱਗ ਕੰਬੀਨੇਸ਼ਨ ਸਾਰਿਆਂ ਨਾਲ ਹੈਗੇ ਆ, ਕਿਉਂਕਿ ਇੱਦਾਂ ਹੁੰਦਾ ਹੈ ਕਿ ਜੀ ਸੇਵਾ ਕਰਨੀ ਹੈ ਤੇ ਸੇਵਾ ਦੇ ਨਾਲ ਜੇ ਬੰਦਾ ਫੁੱਲ ਟਾਈਮ ਦੇ ਰਿਹਾ ਹੈ ਤਾਂ ਡੈਫੀਨੇਟਲੀ ਉਹਨੂੰ ਕੁਝ ਨਾ ਕੁਝ ਉਹ ਡਿਜ਼ਰਵ ਕਰਦਾ, ਘਰ ਵੀ ਚਲਾਉਣਾ। ਐਗਜ਼ੈਕਟਲੀ, ਉਹ ਸੇਵਾ ਤਾਂ ਹੀ ਹੋਏਗੀ ਜੇ ਉਹਦਾ ਆਪਣਾ ਘਰ ਨਾਰਮਲ ਹੋਏਗਾ, ਬੈਲੈਂਸਡ ਹੋਏਗਾ, ਤਾਂ ਉਹ ਡਿਜ਼ਰਵ ਕਰਦੇ ਆ। ਸੋ ਅਲੱਗ-ਅਲੱਗ ਡਾਕਟਰਸ ਦੇ ਨਾਲ ਸਾਡੇ ਅਲੱਗ-ਅਲੱਗ ਕੰਬੀਨੇਸ਼ਨਸ ਹੈਗੇ। ਜਿਹੜੇ ਵਿਜ਼ਿਟਿੰਗ ਡਾਕਟਰਸ ਹੈ ਉਹ ਕਈ ਬਹੁਤ ਚੰਗੇ ਡਾਕਟਰਸ ਹੈ ਉਹ ਵੋਲੰਟਰਲੀ ਸਾਡੇ ਕੋਲ ਆਉਂਦੇ ਹੈ। ਕਈ ਅਸੀਂ ਜਿਹੜੇ ਫੁੱਲ ਟਾਈਮ ਰੱਖੇ ਹੋਏ ਆ ਅਸੀਂ ਉਹਨਾਂ ਨੂੰ ਕੁਝ ਇੱਕ ਰੀਜ਼ਨੇਬਲ ਸੈਲਰੀਜ਼ ਵੀ ਦਿੰਦੇ ਆ, ਅਗਲਿਆਂ ਦਾ ਘਰ ਵੀ ਚੱਲਦਾ ਰਹੇ ਕਿਉਂਕਿ ਬੱਚੇ ਉਹਨਾਂ ਦੇ ਵੀ ਹੋਣਗੇ। ਜੀ ਬਿਲਕੁਲ। ਹੁਣ ਆਪਾਂ ਗੱਲ ਕਰਦੇ ਹਾਂ ਸਰ, ਮੈਂ ਮੈਮ ਕੋਲ ਜਾਊਂਗਾ, ਮੈਂ ਗੱਲ ਕਰਾਂਗਾ ਵੂਮਨ ਐਮਪਾਵਰਮੈਂਟ ਦੀ ਗੱਲ ਹੋਈ ਹੈਗੀ ਕਿ ਵੂਮਨ ਐਮਪਾਵਰਮੈਂਟ ਕਿਉਂ ਕਿਹਾ ਗਿਆ ਇੱਥੇ ਕਿ ਵੂਮਨ ਐਮਪਾਵਰਮੈਂਟ ਹੈ। ਮੈਂ ਤੁਹਾਨੂੰ ਪੁੱਛੂੰਗਾ ਕਿ ਵੂਮਨ ਐਮਪਾਵਰਮੈਂਟ ਦਾ ਰੋਲ ਕੀ ਹੈ ਪਹਿਲੇ ਐਨਜੀਓ ਦੇ ਵਿੱਚ? ਸਰ ਇਸ ਤਰ੍ਹਾਂ ਹੈ ਕਿ ਵੀ ਜਿਹੜਾ ਇਹ ਸੰਸਥਾ ਸ਼ੁਰੂ ਹੋਈ, ਇਹਨਾਂ ਨੂੰ ਸ਼ੁਰੂ ਕਰਨ ਤੋਂ ਪਹਿਲੇ ਇਹ ਮਕਸਦ ਸੀਗਾ ਕਿ ਵੀ ਸਾਰੇ ਜਿਹੜੇ ਫੀਮੇਲਸ ਹੈਗੀਆਂ ਨੇ ਉਹਨਾਂ ਨੂੰ ਇਕੱਠਾ ਕੀਤਾ ਜਾਏ ਐਂਡ ਦੇ ਸ਼ੁੱਡ ਸਟਾਰਟ ਵਿਦ ਦਿਸ ਪ੍ਰੋਗਰਾਮ ਓਵਰ ਹੀਅਰ। ਰੀਜ਼ਨ ਬਿਹਾਈਂਡ ਚੰਗਾ ਸਾਰਾ ਸੋਚ ਸਕਦੇ ਨੇ, ਪਰ ਇਫ ਆਈ ਐਮ ਅ ਫੀਮੇਲ ਆਈ ਵੁੱਡ ਥਿੰਕ ਅਬਾਊਟ ਅ ਫੀਮੇਲ ਇਨ ਅ ਬੈਟਰ ਫॉर ਮੈਨ। ਸੋ ਆਲ ਦੀ ਫੀਮੇਲਸ ਤੁਸੀਂ ਦੇਖੋਗੇ ਜਿੰਨੇ ਵੀ ਸਾਡੇ EMPLOYEES ਹੈਗੇ ਨੇ ਉਹਦੇ ਚੋਂ ਮੇਜਰ ਪੋਰਸ਼ਨ 80% ਦੇਰ ਆਰ ਫੀਮੇਲਸ ਵਰਕਿੰਗ ਵਿਦ ਅਸ। ਨਾਓ ਅਸੀਂ ਚਾਹੁੰਦੇ ਹਾਂ ਜੀ ਵਿਮਨ ਐਮਪਾਵਰਮੈਂਟ ਪ੍ਰੋਗਰਾਮ ਦੇ ਵਿੱਚ ਅਸੀਂ ਛੋਟੇ ਪ੍ਰੋਗਰਾਮਸ ਕਰੀਏ, ਜਿਵੇਂ ਸਿਲਾਈ ਕੇਂਦਰ ਹੋ ਗਿਆ, ਚਾਕਲੇਟ ਮੇਕਿੰਗ ਹੋ ਗਈ, ਕਾਰਡ ਮੇਕਿੰਗ ਹੋ ਗਈ, ਕੈਂਡਲ ਮੇਕਿੰਗ ਹੋ ਗਈ, ਸ਼ਾਰਟ ਟਰਮ ਕੋਰਸਸ 15 ਡੇਜ਼ ਕੋਰਸ ਸਿੱਖਣ। ਤੇ ਇਸ ਦਾ ਮੈਮ ਜਿਹੜਾ ਰॉ ਮਟੀਰੀਅਲ ਹੈ ਉਹ ਮਟੀਰੀਅਲ ਅਸੀਂ ਦੇਵਾਂਗੇ ਜੀ, ਐਵਰੀਥਿੰਗ ਅਸੀਂ ਦੇਵਾਂਗੇ, ਟ੍ਰੇਨ ਕਰਾਂਗੇ, ਬਸ ਉਹਨਾਂ ਨੇ ਆਪਣੀ ਮਿਹਨਤ ਲਾਣੀ ਹੈ। ਉਸ ਮਿਹਨਤ ਤੋਂ ਬਾਅਦ ਅਸੀਂ ਉਹਨਾਂ ਦੀ ਐਗਜ਼ੀਬਿਸ਼ਨਸ ਲਗਾਵਾਂਗੇ ਤੇ ਜੋ ਉਥੋਂ ਮੁਨਾਫਾ ਆਏਗਾ ਉਹ ਦੈਟ ਵਿਲ ਬੀ ਪਾਸਡ ਔਨ ਡਾਇਰੈਕਟਲੀ ਟੂ ਦੀ ਫੀਮੇਲਸ, ਤਾਂ ਕਿ ਉਹਨਾਂ ਨੂੰ ਉਸ ਚੀਜ਼ ਨਾਲ ਉਤਸ਼ਾਹ ਮਿਲੇ ਐਂਡ ਅਲਟੀਮੇਟਲੀ ਜੇ ਉਹ ਇੰਡੀਪੈਂਡੈਂਟਲੀ ਵੀ ਕਰਨਾ ਚਾਹੁਣ ਤੇ ਉਹ ਕਰ ਸਕਦੇ। ਮੈਮ ਗੱਲ ਕਰੀਏ ਰੂਰਲ ਏਰੀਆ ਦੀ, ਇੱਥੇ ਕਈ ਪੇਰੈਂਟਸ ਅਲਾਉ ਨਹੀਂ ਕਰਦੇ ਕਿ ਬਿਟੀਆ ਬਾਹਰ ਜਾਵੇ ਜਾਂ ਉਹਨਾਂ ਦੀ ਵਾਈਫ ਬਾਹਰ ਜਾਵੇ ਜਾਂ ਮਦਰ ਕੋਈ ਕੰਮ ਕਰਨ ਜਾਵੇ। ਇੱਦਾਂ ਦੇ ਨੂੰ ਫਿਰ ਤੁਸੀਂ ਕਿਸ ਤਰੀਕੇ ਨਾਲ ਕੋਈ ਕੈਂਪਸ ਵਗੈਰਾ ਜਾਂ ਕੁਝ ਇੱਦਾਂ ਦਾ ਕਰੋਗੇ? ਅਸੀਂ ਇਸ ਦੇ ਵਿੱਚ ਅਸੀਂ ਕੈਂਪਸ ਤੇ ਜਿਹੜੇ ਕਰ ਰਹੇ ਹਾਂ ਉਹ ਤੇ ਚੱਲ ਹੀ ਰਹੇ। ਉਸ ਤੋਂ ਇਨ ਐਡੀਸ਼ਨ ਟੂ ਦੈਟ ਅਸੀਂ ਹੋਮ ਟੂ ਹੋਮ ਕੈਂਪੇਨਿੰਗ ਕਰਦੇ ਹਾਂ, ਜਿਹਦੇ ਵਿੱਚ ਸਾਡੀ ਕੁੜੀਆਂ ਹੀ ਨੇ ਘਰੋਂ ਘਰੀ ਜਾਂਦੀਆਂ ਨੇ, ਜਿਵੇਂ ਬਲੌਲਪੁਰ ਪਿੰਡ ਹੋ ਗਿਆ, ਰਾਏਪੁਰ ਹੋ ਗਿਆ, ਮਲੋਇਆ ਹੋ ਗਿਆ, ਕਾਮਪੁਰ ਹੋ ਗਿਆ। ਘਰੋਂ ਘਰੀ ਜਾ ਕੇ ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ, ਦੱਸਦੇ ਹਾਂ ਕਿ ਵੀ ਕੀ ਹੈ ਕੀ ਨਹੀਂ ਹੈਗਾ। ਫਿਰ ਉਹਨਾਂ ਸਾਰਿਆਂ ਨੂੰ ਜਿਹੜੇ ਸਾਡੇ ਨੇੜੇ ਆਸ਼ਾ ਵਰਕਰਸ ਹੈਗੇ ਜਾਂ ਦੂਸਰੇ ਹੈਗੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਉਹਨਾਂ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਤੇ ਐਡਵਾਈਜ਼ਰੀ ਮੀਟਿੰਗਸ ਕਰਦੇ ਹਾਂ ਕਿ ਤੁਸੀਂ ਆਓ, ਜੇ ਤੁਸੀਂ ਸਾਡੇ ਕੋਲ ਨਹੀਂ ਆ ਸਕਦੇ ਅਸੀਂ ਤੁਹਾਡੇ ਕੋਲ ਆ ਜਾਂਦੇ ਹਾਂ। ਘੰਟਾ ਤੁਸੀਂ ਦਿਓ, ਜਿੱਥੇ ਪਿੰਡਾਂ ਵਿੱਚ ਤੁਸੀਂ ਦੇਖੋਗੇ ਲੋਕੀ ਧੁੱਪ ਬੈਠ ਕੇ ਸੇਕਦੇ ਨੇ, ਅਸੀਂ ਕਹਿੰਦੇ ਠੀਕ ਹੈ ਉਸੇ ਘੰਟੇ ਵਿੱਚ ਅਸੀਂ ਤੁਹਾਨੂੰ ਸਿਖਾ ਵੀ ਜਾਂਦੇ ਹਾਂ। ਸੋ ਇਸ ਤਰ੍ਹਾਂ ਉਹਨਾਂ ਨੂੰ ਹੌਲੀ ਧੱਕਾ ਮਾਰ ਕੇ ਅਸੀਂ ਪਿਆਰ ਨਾਲ ਸਮਝਾ ਕੇ ਆਪਣੇ ਕੋਲ ਲਿਆਉਂਦੇ ਆ। ਤੇ ਜਿਹੜੀ ਇਹ ਕੈਂਪਸ ਵਗੈਰਾ ਹੈਗੇ ਜਾਂ ਜਿਹੜਾ ਤੁਸੀਂ ਇਹ ਪ੍ਰੋਗਰਾਮ ਸਕਿੱਲਸ ਦਾ ਸ਼ੁਰੂ ਕਰਨਾ, ਕਦੋਂ ਤੱਕ ਸ਼ੁਰੂ ਕਰਨਾ ਕਿ ਫਿਲਹਾਲ ਚੱਲ ਰਿਹਾ ਇਸ ਵੇਲੇ? ਚੱਲ ਰਿਹਾ ਜੀ, ਆਲਰੇਡੀ ਚੱਲ ਰਿਹਾ ਇਸ ਵੇਲੇ? ਸਿਰਫ ਉਹਦੇ ਵਿੱਚ ਇਹ ਹੈਗਾ ਕਿ ਵੀ ਸਿਲਾਈ ਕੇਂਦਰ ਦਾ ਸਾਡਾ ਅਗਲੇ ਹਫਤੇ ਤੋਂ ਪ੍ਰੋਗਰਾਮ ਸ਼ੁਰੂ ਹੋ ਰਿਹਾ। ਬਾਕੀ ਜਿਹੜਾ ਚਾਕਲੇਟ ਮੇਕਿੰਗ ਹੈ ਤਾਂ ਕੈਂਡਲ ਮੇਕਿੰਗ ਹੈ, ਹੋਪਫੁਲੀ ਬਾਈ ਨੈਕਸਟ ਮੰਥ ਵੀ ਆਰ ਸਟਾਰਟਿੰਗ ਦੋਸ ਪ੍ਰੋਗਰਾਮਸ, ਬਟ 15 ਡੇਜ਼ ਕੋਰਸ, ਨਥਿੰਗ ਮੋਰ ਦੈਨ ਦੈਟ। ਤੇ ਇਸ ਵੇਲੇ ਕੋਈ ਕੀ ਕਹਿੰਦੇ ਸਟੂਡੈਂਟਸ ਵਗੈਰਾ ਹੈਗੇ ਇੱਥੇ ਜਿਹੜੇ 10 ਬੱਚੇ ਹੋ ਗਏ ਨੇ ਰਜਿਸਟਰ ਜਿਹੜੇ ਇੰਟਰਸਟਿਡ ਨੇ ਸਿਲਾਈ ਕੇਂਦਰ ਵਿੱਚ। ਸੋ ਮੈਂ ਇੱਕ ਦਰਸ਼ਕਾਂ ਨੂੰ ਜ਼ਰੂਰ ਬੇਨਤੀ ਕਰਨਾ ਚਾਹੂੰਗਾ, ਜਬ ਤੱਕ ਸੇਵਾ ਫਾਊਂਡੇਸ਼ਨ ਜੁਝਾਰ ਨਗਰ ਵਿੱਚ ਸਰ ਇਹ ਨਾ ਜੁਝਾਰ ਨਗਰ ਦੇ ਵਿੱਚ ਹੈ, ਤੇ ਮੈਂ ਬਿਟੀਆ ਹੋਵੇ ਜਾਂ ਕੋਈ ਕਿਸੇ ਕੀ ਕਹਿੰਦੇ ਕੋਈ ਕੰਮਕਾਜ ਵਾਲੀ ਜਿਹਨੇ ਕੰਮ ਸਿੱਖਣਾ ਚਾਹੁੰਦੇ ਆ ਜੋ ਬੇਸਿਕਲੀ, ਉਹ ਜ਼ਰੂਰ ਇੱਥੇ ਇੱਕ ਵਾਰ ਸੰਪਰਕ ਕਰਨ। ਤੇ ਮੈਂ ਫ੍ਰੀ ਆਫ ਕਾਸਟ ਸਿਖਾਏਗਾ ਸਾਰਾ ਕਾਸਟ ਪਲੱਸ ਇਨ ਐਡੀਸ਼ਨ ਟੂ ਦਿਸ ਸਿਰਫ ਕੁੜੀਆਂ ਨਹੀਂ ਬਿਟੀਆਂ ਤੇ ਹੈਗੀਆਂ ਨੇ, ਮੁੰਡੇ ਵੀ ਜਿਹੜੇ ਹੈਗੇ ਨੇ ਜਿਹੜੇ ਅੱਜ ਕੱਲ੍ਹ ਨਸ਼ਿਆਂ ਦੇ ਵਿੱਚ ਪੈ ਰਹੇ ਨੇ, ਮਾਫ ਕਰਨਾ ਕਹਿਣਾ ਨਹੀਂ ਚਾਹੀਦਾ, ਅਸੀਂ ਚਾਹੁੰਦੇ ਕਿ ਉਹਨਾਂ ਵਾਸਤੇ ਵੀ ਅਸੀਂ ਸ਼ਾਰਟ ਟਰਮ ਕੋਰਸਿਸ ਸ਼ੁਰੂ ਕਰ ਰਹੇ ਹਾਂ, ਜਿਵੇਂ ਵੈਲਡਿੰਗ ਦਾ ਹੋ ਗਿਆ, ਵਾਟ ਡੂ ਵੀ ਕਾਲ ਦੈਟ ਦੀ ਅਦਰ ਕੋਰਸ, ਪਲੰਬਿੰਗ, ਤਾਂ ਕਿ ਉਹ ਆਉਣ 15 ਤੋਂ 20 ਦਿਨ ਦਾ ਜਾਂ ਮਹੀਨੇ ਦਾ ਕੋਰਸ ਹੋਏਗਾ ਤੇ ਉਹ ਵੀ ਇੱਥੇ ਆ ਕੇ ਸਿੱਖਣ ਤਾਂ ਕਿ ਉਹ ਵੀ ਅੱਗੇ ਕੰਮ ਲੱਗਣ। ਮੈਮ ਜਿਸ ਤਰ੍ਹਾਂ ਤੁਸੀਂ 15 ਦਿਨ ਦਾ ਕੋਰਸ ਕੀਤਾ ਹੈਗਾ ਤੇ 15 ਤੋਂ 20 ਆਪਾਂ ਮਹੀਨਾ ਲਗਾ ਲਈਏ ਜੋ ਵੀ, ਤੇ ਉਹ ਇੱਕ ਕੁੜੀ ਜਦੋਂ ਪਰਫੈਕਟ ਹੋ ਜਾਂਦੀ ਉਹ ਕੰਮ ਦੇ ਵਿੱਚ, ਜੇ ਉਹਨੂੰ ਕੰਮ ਖੁਲਵਾਉਣਾ ਇਨ ਫਿਊਚਰ ਤੇ ਉਹਦੇ ਵਿੱਚ ਵੀ ਤੁਸੀਂ ਹੈਲਪ ਕਰੋਗੇ? ਜੋ ਸਮਾਨ ਬਣਾਉਣਗੇ, ਚੀਜ਼ਾਂ ਕਰਨਗੇ, ਅਸੀਂ ਉਹਨਾਂ ਦੀ ਜਾਂ ਦੇ ਵੇਚਣ 'ਚ ਮਦਦ ਕਰਾਂਗੇ। ਜੇ ਉਹ ਉਤਸ਼ਾਹ ਰੱਖਦੇ ਨੇ ਕਿ ਹਾਂ ਵੀ ਸਾਡਾ ਕੰਮ ਚਲਾ ਦਿਓ, ਤੇ ਅਸੀਂ ਉਹਨਾਂ ਨੂੰ ਸਵਿੰਗ ਮਸ਼ੀਨ ਵੀ ਦੇਣ ਲਈ ਤਿਆਰ ਹੈਗੇ ਆ, ਬਟ ਕਰਨਾ ਉਹਨਾਂ ਨੇ ਜ਼ਰੂਰ ਹੈਗਾ। ਅਸੀਂ ਉਹਨਾਂ ਸਾਰਿਆਂ ਨੂੰ ਇਕੱਠੇ ਰਲ ਮਿਲ ਕੇ ਧੱਕਾ ਮਾਰ ਰਹੇ ਕਿ ਹਾਂ ਵੀ ਬੱਚਿਓ ਆ ਜਾਓ, ਲੱਗੀਏ ਤੇ ਹੁਣ ਕਰੀਏ। ਸੋ ਗੱਲ ਕਰਾਂਗੇ ਆਪਾਂ ਮੁੱਖ ਤੌਰ ਤੇ ਜਿਹੜੀ ਜਬ ਤੱਕ ਸੇਵਾ ਫਾਊਂਡੇਸ਼ਨ ਹੈ, ਇਹ ਬੇਸਿਕਲੀ
ਦਵਾਈਆਂ ਜਿਹੜੀਆਂ ਹੈ, ਜਿਹੜਾ ਮੈਂ ਮੈਡੀਕਲ ਮਾਫੀਆ ਨਹੀਂ ਕਹੂੰਗਾ, ਪਰ ਮੈਡੀਕਲ ਲਾਈਨ ਦੇ ਵਿੱਚ ਇਸ ਵੇਲੇ ਸਭ ਤੋਂ ਉੱਭਰ ਕੇ ਆ ਰਹੀ ਜਪਤਾ ਫਾਊਂਡੇਸ਼ਨ ਹੈਗੀ ਹੈ। ਤੇ ਇੱਕ ਵਾਰ ਜ਼ਰੂਰ ਮੈਂ ਲੋਕਾਂ ਨੂੰ ਕਹੂੰਗਾ ਇੱਥੇ ਆਓ ਤੇ ਦਵਾਈ ਲੈ ਕੇ ਇੱਥੇ ਜ਼ਰੂਰ ਦੇਖੋ ਇੱਕ ਵਾਰ। ਸੈਂਪਲਸ ਇੱਥੇ ਜਿਹੜੇ ਹੈ ਬਲੱਡ ਦੇ ਉਹ ਹੈਗੇ ਨੇ ਇੱਥੇ ਤੁਹਾਨੂੰ ਅਵੇਲੇਬਲ ਨੇ, ਡਾਕਟਰਸ ਅਵੇਲੇਬਲ ਨੇ। ਸਰ ਡਾਕਟਰ ਇਸ ਵੇਲੇ ਦੁਬਾਰਾ ਦੱਸਿਓ ਕਿਹੜੇ ਇਸ ਵੇਲੇ ਡਾਕਟਰਸ ਦੇ ਡਿਪਾਰਟਮੈਂਟਸ ਅਵੇਲੇਬਲ ਨੇ? ਇਸ ਵੇਲੇ ਜਿਹੜੇ ਸਾਡੇ ਡਾਕਟਰਸ ਔਨ ਪੈਨਲ ਹੈਗੇ, ਵੀ ਹੈਵ ਗਾਇਨੀ ਦੇ ਡਾਕਟਰ ਹੈਗੇ, ਸਾਡੇ ਕੋਲ ENT ਦੇ ਡਾਕਟਰ ਹੈਗੇ ਆ, ਸਾਡੇ ਕੋਲ ਆਰਥੋ ਦੇ ਡਾਕਟਰ ਹੈਗੇ ਆ, ਸਾਡੇ ਕੋਲ ਜਨਰਲ ਮੈਡੀਸਿਨ ਦੇ ਡਾਕਟਰ ਹੈਗੇ ਆ, ਸਾਡੇ ਕੋਲ ਸਕਿਨ ਦੇ ਡਾਕਟਰ। ਇਹ ਟਾਈਮਿੰਗ ਸਰ ਕੀ ਰਹਿੰਦੀ ਹੈ? ਇਹ ਟਾਈਮਿੰਗ ਸਾਰਿਆਂ ਦੀਆਂ ਵੇਰੀਏਬਲ ਟਾਈਮਿੰਗਸ ਹੁੰਦੀਆਂ, ਬਟ ਐਵਰੀ ਡੇ ਵੀ ਇਨਸ਼ੋਰ ਕਿ 3 ਤੋਂ 4 ਘੰਟੇ ਕੋਈ ਨਾ ਕੋਈ ਡਾਕਟਰ ਇੱਥੇ ਅਵੇਲੇਬਲ ਹੁੰਦੇ ਆ। ਇਹ ਜੇ ਪਰਚਨ ਕਿਸੇ ਨੇ ਆਣਾ ਹੋਵੇ ਤੇ ਪਹਿਲੇ ਇੱਕ ਵਾਰ ਕਾਲ ਕਰਕੇ ਪੁੱਛ ਲੈਣ ਕਿ ਇਹ ਡਾਕਟਰ ਅਵੇਲੇਬਲ ਹੈ ਕਿ ਨਹੀਂ। ਹਾਂਜੀ ਬਿਲਕੁਲ, ਇੱਕ ਵਾਰ ਉਹ ਸਾਨੂੰ ਤੋਂ ਪੁੱਛ ਸਕਦੇ। ਸਾਡਾ ਇੱਕ ਪ੍ਰੋਪਰ ਰੋਸਟਰ ਬਣਿਆ ਹੁੰਦਾ ਹੈ ਕਿ ਕਿਸ ਦਿਨ ਕਿਹੜੇ ਡਾਕਟਰ ਨੇ ਕਿੰਨੇ ਵਜੇ ਬੈਠਣਾ ਹੈ। ਸਰ ਕੰਟੈਕਟ ਕਰਨ ਦਾ ਜ਼ਰੀਆ ਕੀ ਹੈ ਤੁਹਾਡੇ ਨਾਲ? ਮੋਬਾਈਲ ਤੋਂ ਤੇ ਕੋਈ ਆਪਣਾ ਆਨਲਾਈਨ ਵੀ ਕੋਈ ਕੰਟੈਕਟ ਦਾ ਜ਼ਰੀਆ ਤੁਸੀਂ ਹੈ? ਆਨਲਾਈਨ ਜੇ ਗੂਗਲ ਤੇ ਜਾ ਕੇ ਜਬ ਤੱਕ ਸੇਵਾ ਫਾਊਂਡੇਸ਼ਨ ਸਰਚ ਕਰੋਗੇ ਤੁਹਾਨੂੰ ਸਾਰੇ ਕੰਟੈਕਟਸ ਉੱਥੇ ਮਿਲ ਜਾਣਗੇ। ਉਸ ਤੋਂ ਇਲਾਵਾ ਜੇ ਤੁਸੀਂ ਫੋਨ ਤੇ ਕਰਨਾ ਚਾਹੁੰਦੇ ਹੋ ਤਾਂ 7986 43012 ਨੰਬਰ ਹੈਗਾ ਹੈ, ਤੁਸੀਂ ਉਹਦੇ ਤੇ ਕਿਸੇ ਵੀ ਟਾਈਮ 24/7 ਫੋਨ ਕਰਕੇ ਕਨਫਰਮ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗਾ ਕਿ ਨੈਕਸਟ ਵੀਕ ਅਸੀਂ ਹੀਅਰਿੰਗ ਏਡਸ ਦਾ ਫੈਸਿਲਿਟੀ ਅਸੀਂ ਐਡ ਕਰ ਰਹੇ ਹਾਂ ਤੇ ਅਸੀਂ 33% ਫਲੈਟ ਡਿਸਕਾਊਂਟ ਦੇਵਾਂਗੇ ਸਾਰੇ ਪੇਸ਼ੈਂਟਸ ਨੂੰ, ਜੋ ਕਿ ਮੈਂ ਆਈ ਥਿੰਕ ਹੱਲੇ ਤੱਕ ਕਿਤੇ ਸੁਣਿਆ ਨਹੀਂ ਹੈ ਕਿ ਕੋਈ ਵੀ ਹੀਅਰਿੰਗ ਏਡ ਕੰਪਨੀ ਤੁਹਾਨੂੰ ਫਲੈਟ ਇੰਨਾ ਡਿਸਕਾਊਂਟ ਦਿੰਦੀ ਹੈ। ਸਰ ਇਹ ਤੁਸੀਂ ਬੜੀ ਵਧੀਆ ਮਨੁੱਖਤਾ ਦੀ ਸੇਵਾ ਕਰ ਰਹੇ ਹੋ, ਕੋਈ ਸਰਕਾਰ ਵੱਲੋਂ ਕੋਈ ਆਪਾਂ ਨੂੰ ਸਪੋਰਟ ਮਿਲੀ ਹੈ ਜਾਂ ਕਦੀ ਅਪਰੋਚ ਕੀਤਾ ਤੁਸੀਂ? ਸਰਕਾਰ ਵੱਲੋਂ ਜੀ ਹੱਲੇ ਤੱਕ ਸਾਨੂੰ ਕੋਈ ਸਪੋਰਟ ਨਹੀਂ ਹੈਗਾ। ਇਹ ਹੱਲੇ ਤੱਕ ਜਿਹੜਾ ਹੈ ਉਹ ਸੈਲਫ ਫੰਡਡ ਫਾਊਂਡੇਸ਼ਨ ਹੈਗਾ। ਸੋ ਇਨ ਫਿਊਚਰ ਅਸੀਂ ਕੁਝ ਚਾਹਾਂਗੇ ਕਿ ਜੇ ਸਰਕਾਰ ਵੀ ਸਾਡੇ ਨਾਲ ਜੁੜੇ, ਕਿਉਂਕਿ ਜਿਹੜੀ ਮਨੁੱਖਤਾ ਦੀ ਸੇਵਾ ਹੈ ਉਹ ਮਿਲ ਜੁਲ ਕੇ ਹੁੰਦੀ ਹੈ ਤੇ ਇਹ ਸਰਕਾਰ ਦਾ ਵੀ ਕੰਮ ਹੈਗਾ। ਸੋ ਅਸੀਂ ਵੀ ਚਾਹਾਂਗੇ ਕਿ ਅਸੀਂ ਉਹਨਾਂ ਨਾਲ ਕਿਸੇ ਤਰ੍ਹਾਂ ਨਾਲ ਐਸੋਸੀਏਟ ਹੋ ਕੇ ਅੱਗੇ ਇਹਨੂੰ ਹੋਰ ਉੱਪਰ ਤੱਕ ਲੈ ਕੇ ਕਿਉਂਕਿ ਆਮ ਆਦਮੀ ਪਾਰਟੀ ਦੀ ਇੱਕ ਸੋਚ ਹੈਗੀ ਹੈ ਬੈਸਟ ਐਜੂਕੇਸ਼ਨ, ਬੈਸਟ ਹੈਲਥ ਫੈਸਿਲਿਟੀ, ਤੇ ਮੈਂ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਇੱਕ ਵਾਰ ਜ਼ਰੂਰ CM ਸਾਹਿਬ ਤੱਕ ਪਹੁੰਚ ਕਰਨੀ ਚਾਹੀਦੀ ਕਿ ਆਪਾਂ ਇਹ ਕੰਮ ਕਰ ਰਹੇ ਹਾਂ, ਤੁਸੀਂ ਦੇਖੋ, ਤੁਸੀਂ ਇਹਨੂੰ ਇੱਕ ਵਾਰ ਜੱਜ ਕਰੋ ਕਿ ਠੀਕ ਚੱਲ ਰਿਹਾ ਤੇ ਸਾਡੇ ਨਾਲ ਜੁੜੋ। ਅਸੀਂ ਡੈਫੀਨੇਟਲੀ ਕੋਸ਼ਿਸ਼ ਕਰਾਂਗੇ। ਇਨਫੈਕਟ ਅਸੀਂ ਜਿਹੜਾ ਇਨੋਗ੍ਰੇਸ਼ਨ ਵੀ ਕੀਤਾ ਸੀਗਾ 23 ਅਪ੍ਰੈਲ ਨੂੰ, ਉਹ ਆਮ ਆਦਮੀ ਪਾਰਟੀ ਸੋਸ਼ਲ ਵੈਲਫੇਅਰ ਮਿਨਿਸਟਰ ਸ਼੍ਰੀਮਤੀ ਬਲਜੀਤ ਕੌਰ ਜੀ ਨੇ ਕੀਤਾ ਸੀਗਾ। ਸੋ ਉਸ ਟਾਈਮ ਸ਼ੀ ਵਾਜ਼ ਵੈਰੀ ਹੈਪੀ ਟੂ ਨੋ ਕਿ ਹਾਂ ਅਸੀਂ ਇੱਦਾਂ ਕਰ ਰਹੇ ਹਾਂ। ਬਟ ਡੈਫੀਨੇਟਲੀ ਅਸੀਂ ਦੁਬਾਰਾ ਉਹਨਾਂ ਨੂੰ ਅਪਰੋਚ ਕਰਾਂਗੇ ਤੇ ਸਾਰੀ ਪੰਜਾਬ ਸਰਕਾਰ ਨੂੰ ਅਪਰੋਚ ਕਰਾਂਗੇ ਕਿ ਮਿਲ ਜੁਲ ਕੇ ਅਸੀਂ ਕਿੱਦਾਂ ਹਰ ਲੈਵਲ ਤੱਕ, ਹਰ ਪਿੰਡ ਤੱਕ ਸੇਮ ਫੈਸਿਲਿਟੀਜ਼ ਪਹੁੰਚਾ ਸਕੀਏ। ਸੋ ਮੈਂ ਇੱਕ ਸਰੋਤਾ ਨਾਲ ਜ਼ਰੂਰ ਗੱਲ ਕਰਨਾ ਚਾਹੂੰਗਾ ਕਿ ਮਨੁੱਖਤਾ ਦੀ ਸੇਵਾ ਵੀ ਕੋਈ ਕਰ ਸਕਦਾ ਹੈ, ਪਰ ਸੇਵਾ ਕਰਨ ਵਾਸਤੇ ਵੀ ਫੰਡਿੰਗ ਦੀ ਜ਼ਰੂਰਤ ਹੈ। ਸਰ ਮੇਰੀ ਗੱਲ ਨਾਲ ਤੁਸੀਂ ਸਹਿਮਤ ਹੋ? ਬਿਲਕੁਲ ਜੀ ਬਿਲਕੁਲ, ਬਿਨਾਂ ਫੰਡਿੰਗ ਤੋਂ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਕੁਝ ਨਹੀਂ ਹੁੰਦਾ। ਤੇ ਸਪੋਜ਼ ਕੋਈ ਪੈਸੇ ਨਹੀਂ ਦੇਣਾ ਚਾਹੁੰਦਾ ਕਿ ਮੈਂ ਪੈਸੇ ਨਹੀਂ ਦੇ ਸਕਦਾ, ਪਰ ਤੁਹਾਨੂੰ ਕੋਲ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅਲਟਰਾਸਾਊਂਡ ਦੀ ਮਸ਼ੀਨ ਆਉਣ ਵਾਲੀ ਹੈ, ਕੋਈ ਮਸ਼ੀਨ ਦੇ ਵਿੱਚ ਕੋਈ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ ਕਿਸੇ ਵੀ ਤਰੀਕੇ ਦੇ ਨਾਲ, ਕੋਈ ਦਵਾਈਆਂ ਦੇ ਵਿੱਚ ਜੋ ਵੀ ਤੁਹਾਨੂੰ ਨੈਸੈਸਿਟੀਜ਼ ਹੈ, ਕਿਆ ਉਸ ਤਰੀਕੇ ਤੁਸੀਂ ਐਕਸੈਪਟ ਕਰਦੇ ਹੋ ਚੀਜ਼ਾਂ? ਅਸੀਂ ਐਕਸੈਪਟ ਕਰਦੇ ਹਾਂ। ਅਸੀਂ ਪ੍ਰੈਫਰੇਬਲੀ ਇਹ ਚਾਹੁੰਦੇ ਹਾਂ ਕਿ ਅਸੀਂ ਇੱਕ ਲਿਸਟ ਆਫ ਰਿਕੁਆਇਰਮੈਂਟਸ ਅਸੀਂ ਬਣਾਈ ਹੋਈ ਹੈ, ਉਹਦੇ 'ਚ ਉਹ ਜਿਹੜਾ ਵੀ ਅਗਰ ਕੋਈ ਪਰਸਨ ਕੰਟਰੀਬਿਊਟ ਕਰਨਾ ਚਾਹੁੰਦਾ ਹੈ, ਰਾਦਰ ਦੈਨ ਫਾਈਨੈਂਸ਼ੀਅਲੀ ਜੇ ਸਾਨੂੰ ਕੈਸ਼ ਜਾਂ ਕੁਝ ਉੱਦਾਂ ਡੋਨੇਸ਼ਨ ਕਰਨ ਦੀ ਜਗ੍ਹਾ ਜੇ ਜਿਹੜੀਆਂ ਸਾਨੂੰ ਲੋੜ ਹੈਗੀ ਹੈ ਚੀਜ਼ਾਂ ਦੀ, ਉਹ ਸਾਨੂੰ ਖਰੀਦ ਕੇ ਦੇ ਦੇ ਤਾਂ ਅਸੀਂ ਉਹਨੂੰ ਪ੍ਰੈਫਰ ਕਰਦੇ ਹਾਂ। ਕਿਉਂਕਿ ਜਿਹੜੀ ਹਿਊਮੈਨਿਟੀ ਆ ਉਹ ਹੱਥ ਨਾਲ ਹੱਥ ਚੱਲਦੀ ਹੈਗੀ। ਕਈ ਬੰਦੇ ਕਹਿੰਦੇ ਕਿ ਯਾਰ ਹੁਣ ਇੱਕ ਮਿਸਾਲ ਦੇ ਤੌਰ ਤੇ ਕਹਾਂ, ਮੈਂ ਦੇਖਿਆ ਸੀਗਾ ਤੁਹਾਡੇ ਇੱਥੇ ਬੱਚਿਆਂ ਦੇ ਬੈਗਸ ਵਗੈਰਾ ਪਏ ਹੈਗੇ, ਉਹਦੇ ਬਾਰੇ ਸਰ ਦੱਸੋਗੇ? ਉਸ ਤਰੀਕੇ ਨਾਲ ਵੀ ਸੇਵਾ ਹੋ ਸਕਦੀ ਹੈ? ਉਹ ਸਾਡਾ ਜੀ ਇੱਕ ਹੋਰ ਇਨੀਸ਼ੀਏਟਿਵ ਹੈਗਾ ਹੈ ਜਿਹਦੇ 'ਚ ਅਸੀਂ ਕੀ ਕਰਦੇ ਹਾਂ ਕਿ ਜਿੱਦਾਂ ਬੱਚਿਆਂ ਦੇ ਤੁਹਾਡੇ ਕੋਲ ਪੁਰਾਣੇ ਬੈਗਸ ਪਏ ਹੈ, ਉਹਨਾਂ ਦੇ ਕੱਪੜੇ ਜੁੱਤੇ ਪਏ ਹੈ, ਕਿਉਂਕਿ ਬਹੁਤ ਸਾਰੇ ਹਿੰਦੁਸਤਾਨ 'ਚ ਇੱਦਾਂ ਦੀ ਇੱਕ ਕਮਿਊਨਿਟੀਜ਼ ਹੈਗੀਆਂ ਹੈ ਜਿਨ੍ਹਾਂ ਨੂੰ ਇੱਕ ਉਹ ਆਪਣੇ ਬੱਚਿਆਂ ਲਈ ਬੈਗ ਤੱਕ ਨਹੀਂ ਖਰੀਦ ਸਕਦੇ ਸਕੂਲ ਭੇਜਣ ਲਈ। ਸੋ ਅਸੀਂ ਕੀ ਕਰਦੇ ਹਾਂ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਕਲੈਕਟ ਕਰਦੇ ਹਾਂ। ਕੋਈ ਜਿਹੜਾ ਪਰਸਨ ਇਹ ਚੀਜ਼ਾਂ ਦੇਣਾ ਚਾਹੇ ਉਹ ਜਾਂ ਤਾਂ ਇੱਥੇ ਦੇ ਸਕਦਾ ਹੈ ਜਾਂ ਅਸੀਂ ਕੋਈ ਸੈਂਟਰਲ ਲੋਕੇਸ਼ਨ ਤੇ ਉਹਨੂੰ ਕਲੈਕਟ ਕਰ ਸਕਦੇ ਹਾਂ, ਤੇ ਅਸੀਂ ਮਹੀਨੇ 'ਚ 1 ਜਾਂ 2 ਵਾਰ ਉਹ ਡਿਸਟ੍ਰੀਬਿਊਸ਼ਨ ਕੈਂਪੇਨ ਚਲਾਉਂਦੇ ਹਾਂ ਜਿੱਥੇ ਵੀ ਲੋੜ ਹੁੰਦੀ ਹੈ। ਤੇ ਸਰ ਜਿੱਦਾਂ ਦਵਾਈਆਂ ਤੁਸੀਂ ਕਿਹਾ ਹੋਮ ਡਿਲੀਵਰੀ ਵੀ ਦਿੰਦੇ ਆ, ਸੋ ਹੁਣ ਜੁਝਾਰ ਨਗਰ ਦੇ ਵਿੱਚ ਹੈ, ਜੇ ਤੁਹਾਨੂੰ ਕਿਤੇ ਆਰਡਰ ਸੈਕਟਰ 82 ਸੈਕਟਰ 71 ਦਾ ਆ ਜਾਵੇ, ਕਿਆ ਉੱਥੇ ਵੀ ਪਹੁੰਚਾਉਂਦੇ ਤੁਸੀਂ? ਹਾਂਜੀ ਸਰ, ਅਸੀਂ ਉੱਥੇ ਵੀ ਪਹੁੰਚਾ ਦਿੰਦੇ ਹਾਂ ਜੀ। ਕਿਉਂਕਿ ਜਿੱਥੇ ਵੀ ਕਹਿਣਗੇ ਟਰਾਈ ਸਿਟੀ ਦੇ ਵਿੱਚ ਪਹੁੰਚੇਗੀ। ਹਾਂਜੀ, ਵਿਦਿਨ ਯੂ ਕੈਨ ਸੇ 15 ਕਿਲੋਮੀਟਰ ਪੈਰੀਫਰੀ 'ਚ ਤਾਂ ਅਸੀਂ ਪਹੁੰਚਾ ਦਿੰਦੇ ਹਾਂ।
ਤੇ ਆਪਾਂ ਗੱਲਬਾਤ ਕਰ ਰਹੇ ਸੀ ਕਿ ਰੱਬ ਦੇ ਬੰਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਹੁਣ ਪਤਾ ਲੱਗ ਗਿਆ ਕਿ ਮੈਂ ਰੱਬ ਦੇ ਬੰਦੇ ਕਿਉਂ ਕਿਹਾ। ਮਨੁੱਖਤਾ ਦੀ ਸੇਵਾ ਕਿਸੇ ਵੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ, ਪਰ ਇਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਹੈ ਜਪ ਤਪ ਸੇਵਾ ਫਾਊਂਡੇਸ਼ਨ ਨੇ ਦਵਾਈਆਂ ਤੋਂ ਸ਼ੁਰੂਆਤ ਕੀਤੀ ਹੈ, ਪਰ ਨਾਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਕਰਨਗੇ ਉਹ ਵੀ ਤੁਹਾਨੂੰ ਦੱਸਿਆ, ਬੱਚਿਆਂ ਵਾਸਤੇ ਕੀ ਕੀ ਕਰਨਗੇ ਉਹ ਵੀ ਤੁਹਾਨੂੰ ਦੱਸਿਆ ਹੈਗਾ। ਤੇ ਮੈਂ ਵੀ ਇੱਕ ਰਿਕੁਐਸਟ ਕਰੂੰਗਾ ਆਪਣੇ ਚੈਨਲ ਦੇ ਜਿਹੜੇ ਵੀ ਸਾਡੇ ਸਰੋਤੇ ਦੇਖ ਰਹੇ ਨੇ ਕਿ ਕਿਸੇ ਵੀ ਤਰੀਕੇ ਦਾ ਤੁਸੀਂ ਦਾਨ ਦੇਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰੀਕੇ ਨਾਲ ਜੁੜਨਾ ਚਾਹੁੰਦੇ ਹੋ ਇਸ ਸੁਸਾਇਟੀ ਦੇ ਨਾਲ, ਇਸ NGO ਦੇ ਨਾਲ, ਤੇ ਜਰੂਰ ਇਹਨਾਂ ਨੂੰ ਸੰਪਰਕ ਕਰੋ। ਨੰਬਰ ਜੇ ਥੱਲੇ ਤੁਸੀਂ ਪੱਟੀ ਦੇਖ ਰਹੇ ਹੋ ਤਾਂ ਨੰਬਰ ਡਿਸਪਲੇ ਹੋ ਰਿਹਾ ਹੈਗਾ, ਤੇ ਜਰੂਰ ਇੱਕ ਵਾਰ ਜਦੋਂ ਆਣਾ ਡਾਕਟਰ ਦੇ ਕਾਲ ਕਰਕੇ ਆਓ। ਇਹ ਨੰਬਰ ਨਹੀਂ ਤਾਂ ਦੂਸਰਾ ਨੰਬਰ ਆ, ਦੋਨੋਂ ਨੰਬਰ ਤੁਸੀਂ ਦੇਖ ਸਕਦੇ ਹੋ, ਜਿੱਥੇ ਮਰਜ਼ੀ ਕਾਲ ਕਰੋ ਤੇ ਮਨੁੱਖਤਾ ਦੀ ਸੇਵਾ ਦੇ ਨਾਲ ਜੁੜੋ। ਤੇ ਮੈਂ ਕਹੂੰਗਾ ਕਿ ਜਿੰਨੇ ਲੋਕ ਜਿੰਨੀ ਛੇਤੀ ਹੋ ਸਕਣ, ਜੋ ਇਹਨਾਂ ਦਾ ਸੁਪਨਾ ਹੈ ਕਿ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਬਣਾਉਣਾ, ਇੱਕ ਬੈਸਟ ਮੈਡੀਕਲ ਤੇ ਬੈਸਟ ਐਜੂਕੇਸ਼ਨ ਦੇ ਵਿੱਚ ਔਰ ਬੈਸਟ ਸਕਿੱਲਸ ਜਿਹੜਾ ਇਹਨਾਂ ਦਾ ਸੁਪਨਾ, ਉਹ ਸਾਰਿਆਂ ਦੇ ਇਕੱਠਾ ਹੋ ਕੇ ਉਹੀ ਕਰ ਸਕਦੇ ਆਪਾਂ ਪੂਰਾ। ਕੈਮਰਾਮੈਨ ਸਾਗਰ ਦੇ ਨਾਲ ਰਿਤਿਸ਼ ਕੁਮਾਰ, ਮੋਹਾਲੀ।